ਸਤਿ ਸ਼੍ਰੀ ਅਕਾਲ ਲੋਕਰਨ ਚੈਨਲ ਪੰਜਾਬੀ ਦੇ ਖਾਸ ਪ੍ਰੋਗਰਾਮ ਸਿੱਧੇ ਸਵਾਲ ਦੇ ਵਿੱਚ ਤੁਹਾਡਾ ਸਵਾਗਤ। ਮੈਂ ਗੁਰਜਿੰਦਰ ਸਿੰਘ ਮੰਗੂ ਤੇ ਮੇਰੇ ਨਾਲ ਅਹਿਮ ਸ਼ਖਸੀਅਤ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ। ਧੰਨਵਾਦ ਜੀ। ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਤੁਹਾਡੇ ਰਾਹੀਂ ਜੀ। ਧਾਲੀਵਾਲ ਸਾਹਿਬ, ਕਿਸਾਨ ਮੋਰਚੇ ਵੱਲੋਂ ਨਵੇਂ ਪ੍ਰੋਗਰਾਮ ਲਿਖੇ ਗਏ ਨੇ। ਸਰਦ ਰੁੱਤ ਦਾ ਇਜਲਾਸ ਪਾਰਲੀਮੈਂਟ ਦੇ ਵਿੱਚ ਕਿਸਾਨਾਂ ਵੱਲੋਂ ਹਦਾਇਤ ਕਿ 500 ਵਲੰਟੀਅਰ ਜਾਣਗੇ। ਕਿਸਾਨ ਵਲੰਟੀਅਰ 29 ਨਵੰਬਰ ਨੂੰ ਜੋ ਪ੍ਰੋਗਰਾਮ ਹੈ, ਜੋ ਪਾਰਲੀਮੈਂਟ ਦੇ ਵਿੱਚ ਇਜਲਾਸ ਹੋਣਾ, ਉਹਦੇ ਸਾਹਮਣੇ ਜਾ ਕੇ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਤਿੰਨ ਖੇਤੀ ਕਾਨੂੰਨ ਦੇ ਖਿਲਾਫ। 26 ਨਵੰਬਰ ਨੂੰ 1 ਸਾਲ ਹੋ ਜਾਊਗਾ। 26 ਨਵੰਬਰ ਨੂੰ ਕਿਸਾਨ ਮੋਰਚੇ ਦਾ ਕਹਿਣਾ ਕਿ ਸਾਡੇ ਵੱਲੋਂ ਕਾਲ ਦਿੱਤੀ ਗਈ ਹੈ, ਅਲੱਗ-ਅਲੱਗ ਸੂਬਿਆਂ ਦੇ ਵਿੱਚੋਂ ਕਿਸਾਨ ਆਉਣਗੇ। ਜੋ ਜੋਸ਼ ਪਹਿਲਾਂ ਸੀ ਉਸੇ ਜੋਸ਼ ਦੇ ਨਾਲ ਇੱਕ ਵਾਰ ਫਿਰ 26 ਨਵੰਬਰ ਨੂੰ ਸ਼ੁਰੂਆਤ ਕਰਾਂਗੇ ਤੇ 29 ਨਵੰਬਰ ਨੂੰ ਜਾ ਕੇ ਅਸੀਂ ਪਾਰਲੀਮੈਂਟ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਾਂਗੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ। ਜੋ ਪ੍ਰੋਗਰਾਮ ਦਿੱਤਾ ਗਿਆ ਕਿਸਾਨ ਮੋਰਚੇ ਵੱਲੋਂ, ਇਸ ਤੋਂ ਪਹਿਲਾਂ ਇੱਕ ਪ੍ਰੋਗਰਾਮ ਦਿੱਤਾ ਗਿਆ ਸੀ 26 ਜਨਵਰੀ ਦਾ। ਉਸ ਤੋਂ ਬਾਅਦ ਕਿਸਾਨ ਮੋਰਚਾ ਸੋਚ ਵਿਚਾਰ ਕੇ ਚੱਲ ਰਿਹਾ ਸੀ। ਕਿਸਾਨ ਆਗੂਆਂ ਦਾ ਕਹਿਣਾ, ਪਹਿਲੇ ਪ੍ਰੋਗਰਾਮ ਤੋਂ ਸਾਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ, ਚੰਗਾ ਵੀ ਤੇ ਮਾੜੇ ਵੀ ਐਕਸਪੀਰੀਅੰਸ ਹੋਏ। ਉਹਦੇ ਤੇ ਬੇਸ ਤੇ ਹੁਣ ਪ੍ਰੋਗਰਾਮ ਰੱਖਿਆ ਗਿਆ। ਇਸੇ ਕਰਕੇ 500 ਵਲੰਟੀਅਰ ਤਿਆਰ ਕੀਤਾ ਗਿਆ। ਇਸ ਤੋਂ ਪਹਿਲਾਂ ਕਿਸਾਨ ਸੰਸਦ ਵੀ ਚੱਲੀ ਸੀ, ਬੜੀ ਸਫਲਤਾਪੂਰਵਕ ਉਹ ਇੱਕ ਸੁਨੇਹਾ ਛੱਡ ਕੇ ਗਈ ਸੀ। ਧਾਲੀਵਾਲ ਸਾਹਿਬ, ਅੱਜ ਸਾਡੇ ਦਰਸ਼ਕਾਂ ਨੂੰ ਦੱਸਿਓ ਕਿ ਜੋ ਇਹ ਪ੍ਰੋਗਰਾਮ ਹੋਊਗਾ, ਇਹਦਾ ਰੋਡ ਮੈਪ ਕੀ ਹੋਊਗਾ, ਇਹਦੇ ਸਿੱਟੇ ਕੀ ਨਿਕਲਣਗੇ, ਸਰਕਾਰ ਨੂੰ ਸੰਕੇਤ ਕੀ ਜਾਣਗੇ, ਪਾਰਲੀਮੈਂਟ ਦੇ ਸਾਹਮਣੇ ਚੱਲਦੇ ਸੈਸ਼ਨ ਦੌਰਾਨ ਜਦੋਂ ਕਿਸਾਨ ਬੈਠਣਗੇ ਦੇਸ਼ ਦੁਨੀਆ ਦੇ ਵਿੱਚ, ਇਹਦਾ ਸੁਨੇਹਾ ਕੀ ਜਾਊਗਾ, ਕਿਵੇਂ ਫਿਰ ਇਸ ਤੋਂ ਬਾਅਦ ਕਿਸਾਨ ਮੋਰਚਾ ਅੱਗੇ ਤੁਰੂਗਾ। ਧਾਲੀਵਾਲ ਸਾਹਿਬ, ਹਾਂ ਦੇਖੋ, ਮੈਨੂੰ ਇਹ ਲੱਗਦਾ ਨਾ ਕਿ ਜਦੋਂ ਕੋਈ ਵੀ ਸੰਘਰਸ਼ ਚੱਲਦਾ ਹੈ ਜੀ, ਜੇ ਉਹ ਸੰਘਰਸ਼ ਸਦਾ ਲਈ ਲੰਬੇ ਚਿਰ ਲਈ ਇੱਕੋ ਲੈਵਲ ਤੇ ਚੱਲੀ ਜਾਵੇ ਤਾਂ ਉਸ ਦਾ ਅਸਰ ਦਿਖਾਈ ਦਿੰਦਾ ਹੈ ਕਿ ਜੜੋਂ ਪਹਿਲਾਂ ਨਾਲੋਂ ਘਟ ਰਿਹਾ ਹੈ ਜੀ। ਕਿਉਂਕਿ ਇੱਕ ਲੈਵਲ ਤੇ ਕਿਸਾਨਾਂ ਦਾ ਬਹੁਤ ਵੱਡਾ ਇਕੱਠ ਸੀ ਉੱਥੇ। ਉਹ ਜਿਹੜਾ ਇਕੱਠ ਸੀ 26 ਜਨਵਰੀ ਤੋਂ ਬਾਅਦ ਸਰਕਾਰ ਨੂੰ ਲੱਗਿਆ ਵੀ ਇਕੱਠ ਘਟ ਗਿਆ, ਪਰ ਫਿਰ ਕਿਸਾਨਾਂ ਨੇ ਆਪਣੀ ਹਿੰਮਤ ਕਰਕੇ ਕਿਸਾਨ ਪੰਚਾਇਤ ਲਾ ਕੇ ਉਹ ਇਕੱਠ ਵੀ ਵਧਾਇਆ ਤੇ ਮੀਡੀਆ ਨੂੰ ਵੀ ਅਟਰੈਕਟ ਕੀਤਾ। ਦੂਸਰਾ ਇਹ ਹੈ, ਮੀਡੀਆ ਤਾਂ ਅਟਰੈਕਟ ਹੁੰਦਾ ਹੈ ਜੇ ਪ੍ਰੋਗਰਾਮ ਦੇ ਵਿੱਚ ਕੁਛ ਨਵਾਂ ਆਵੇ। ਕਿਉਂਕਿ ਜਦੋਂ ਕੋਈ ਵੀ ਧਿਰ, ਅਸੀਂ ਵੀ ਐਜੀਟੇਸ਼ਨਾਂ 'ਚ ਦੇਖਿਆ, ਜਦੋਂ ਅਸੀਂ ਹਰ ਰੋਜ਼ ਧਰਨਾ ਲਾਈਏ ਤੇ ਮੀਡੀਆ ਨੂੰ ਕਹੀਏ ਇਹਨੂੰ ਕਵਰ ਕਰੋ, ਉਹ ਕਹਿੰਦੇ ਇਹ ਕਵਰੇਜ ਤਾਂ ਕੱਲ੍ਹ ਕਰਤੀ ਸੀ ਜੀ, ਹੁਣ ਦੱਸੋ ਅਗਲਾ ਨਵੀਂ ਗੱਲ ਦੱਸੋ। ਇਸ ਕਰਕੇ ਹਰ ਇੱਕ ਸੰਘਰਸ਼ ਦੀ ਇਹ ਜ਼ਰੂਰਤ ਬਣ ਜਾਂਦੀ ਹੈ ਕਿ ਸਮੇਂ-ਸਮੇਂ ਤੇ ਕੁਛ ਤਬਦੀਲੀ ਜ਼ਰੂਰ ਹੋਵੇ, ਜਿਹਨੂੰ ਨਵੀਂ ਆਡੀਅנס ਗੱਲ ਸੁਣੇ, ਵਿਚਾਰੇ ਤੇ ਉਹ ਪਾਰਟੀਸਪੇਟ ਕਰੇ। ਸੋ ਇਸ ਕਰਕੇ ਮੈਨੂੰ ਇਹ ਲੱਗ ਰਿਹਾ ਹੈ ਕਿ ਕਿਸਾਨ ਸੰਘਰਸ਼ ਦੇ ਵਿੱਚ ਇਹ ਜ਼ਰੂਰਤ ਬਣ ਗਈ ਸੀ ਸੰਘਰਸ਼ ਦੀ, ਕਿਉਂਕਿ ਸਮੇਂ ਦੀ ਸਰਕਾਰ ਨੇ ਇਹ ਹੁੰਦਾ ਉਹਨਾਂ ਨੂੰ ਕਿ ਇਹਨੂੰ ਇੱਕੋ ਪੇਸ ਤੇ ਇੱਕੋ ਲੈਵਲ ਤੇ ਚੱਲੀ ਜਾਣ ਦਿਓ, ਉਹਦੇ ਨਾਲ ਇਹ ਥੱਕ ਜਾਣਗੇ ਜੀ। ਥੱਕਣ ਨਾਲ ਇੱਕ ਤਾਂ ਜਿਹੜੀਆਂ ਵਿੱਚੋਂ ਬਾਗੀ ਸੁਰਾਂ, ਚਾਹੇ ਤੁਸੀਂ ਇਹ ਕਹਿ ਲਓ ਵੀ ਸਰਕਾਰ ਮੈਨੇਜ ਕਰ ਲੈਂਦੀ ਹੈ, ਚਾਹੇ ਤੁਸੀਂ ਇਹ ਕਹਿ ਲਓ ਕਿ ਥੋੜ੍ਹੇ ਜਿਹੇ ਮਤਭੇਦ ਵਿਚਾਰਾਂ ਦੇ ਸਾਰੇ ਕਿਤੇ ਹੁੰਦੇ ਨੇ, ਉਹ ਮਤਭੇਦ ਉਭਾਰਨ ਲਈ ਬੰਦੇ ਨੂੰ ਕੋਈ ਪਲੇਟਫਾਰਮ ਚਾਹੀਦਾ ਹੈ। ਜਦੋਂ ਉਹਨਾਂ ਨੂੰ ਇਹ ਪਲੇਟਫਾਰਮ ਮਿਲ ਜਾਂਦਾ ਵੀ ਨਹੀਂ ਜੀ ਤੁਸੀਂ ਤਾਂ ਠੰਡੇ ਤਰੀਕੇ ਨਾਲ ਮੋਰਚਾ ਚਲਾ ਰਹੇ ਹੋ, ਕੋਈ ਇਹਦੇ ਵਿੱਚ ਕੋਈ ਨਵੀਂ ਚੀਜ਼ ਤਾਂ ਦਿਖਾਈ ਨਹੀਂ ਦੇ ਰਹੀ, ਪਹਿਲਾਂ ਨਾਲੋਂ ਤਿੱਖਾ ਕੀਤਾ ਜਾਵੇ ਮੋਰਚਾ। ਸੋ ਇਸ ਕਰਕੇ ਮੈਨੂੰ ਲੱਗ ਰਿਹਾ ਕਿ ਮੋਰਚੇ 'ਤੇ ਇਹ ਪ੍ਰੈਸ਼ਰ ਸੀਗਾ ਸਰਕਾਰ ਨੂੰ ਧਿਆਨ 'ਚ ਰੱਖਦੇ ਹੋਏ। ਦੂਸਰਾ ਇਹ ਹੋਇਆ ਕਿ ਪਿਛਲੇ ਸਮੇਂ ਦੇ ਵਿੱਚ ਨਾ ਸਰਕਾਰ ਨੇ ਘਟਨਾਵਾਂ ਇੱਦਾਂ ਕੀਤੀਆਂ, ਜਿਵੇਂ ਲਖੀਮਪੁਰ ਦਾ ਹੋ ਗਿਆ, ਹਰਿਆਣੇ ਦੇ ਵਿੱਚ 3-4 ਥਾਵਾਂ 'ਤੇ ਲਾਠੀਚਾਰਜ ਹੋ ਗਿਆ, ਕੁਛ ਕਿਸਾਨਾਂ ਦੇ ਸੱਟਾਂ ਵੀ ਲੱਗੀਆਂ, ਉਹ ਤੇ ਫੋਕਸ ਜ਼ਿਆਦਾ ਉੱਥੇ ਚਲਾ ਜਾਂਦਾ ਹੈ। ਸੋ ਉਹਨੂੰ ਸਖਤ ਕਰਨ ਲਈ ਇਹ ਪਿਛਲੇ ਸਮੇਂ ਦੇ ਵਿੱਚ ਇੱਕ ਜਿਹੜਾ ਸੁਪਰੀਮ ਕੋਰਟ ਦਾ ਦਖਲ ਆ ਗਿਆ, ਸੁਪਰੀਮ ਕੋਰਟ ਦੇ ਵੱਲੋਂ ਜਿਹੜਾ ਇਹ ਦਖਲ ਆ ਗਿਆ ਕਿ ਜੀ ਕਿਸਾਨ ਮੋਰਚਾ ਜਿਹੜਾ ਉਹ ਸੜਕਾਂ ਰੋਕੀ ਬੈਠਾ, ਇੱਦਾਂ ਦੀ ਇੱਕ ਓਪੀਨੀਅਨ ਬਣਨ ਲੱਗ ਗਈ। ਸੁਪਰੀਮ ਕੋਰਟ ਨੇ ਸਿੱਧਾ ਤਾਂ ਸਾਰਾ ਕੁਛ ਨਹੀਂ ਕਿਹਾ, ਪਰ ਪ੍ਰਚਾਰ ਇਹ ਹੋਇਆ ਕਿ ਜਿੱਦਾਂ ਸੁਪਰੀਮ ਕੋਰਟ ਸ਼ਾਇਦ ਹੁਣ ਇਹ ਖਾਲੀ ਕਰਾ ਲੇਗੀ ਸੜਕਾਂ। ਉਹ ਸਾਰੇ ਦੇ ਵਿੱਚ ਸ਼ਾਇਦ ਸਰਕਾਰ ਨੂੰ ਵੀ ਇਹ ਭਰਮ ਰਿਹਾ ਹੈ ਕਿ ਪਹਿਲਾਂ ਨਾਲੋਂ ਕਿਸਾਨ ਮੋਰਚਾ ਸ਼ਾਇਦ ਇਹਦੀ ਪਾਰਟੀਸਪੇਸ਼ਨ ਲੋਕਾਂ ਦੀ ਪਹਿਲਾਂ ਨਾਲੋਂ ਘਟੀ ਹੈ ਜੀ। ਇੱਕ ਇਹ ਲੱਗਦਾ ਹੈ ਇਸ ਤੋਂ ਬਿਨਾਂ ਵੀ ਕਿ ਚੋਣਾਂ ਸਿਰ ਤੇ ਆ ਗਈਆਂ। ਬਿਲਕੁਲ, ਜਿਹੜਾ ਕਿਸਾਨ ਮੋਰਚਾ ਦਾ ਸਿੱਧਾ ਸ਼ਾਇਦ ਇੱਦਾਂ ਦਾ ਕੋਈ ਫੈਸਲਾ ਅਜੇ ਤੱਕ ਨਹੀਂ ਹੈ, ਆਉਣ ਵਾਲੇ ਸਮੇਂ 'ਚ ਵੀ ਸ਼ਾਇਦ ਨਾ ਹੋਵੇ, ਮੈਂ ਸ਼ਾਇਦ ਸ਼ਬਦ ਯੂਜ਼ ਕਰਦਾ,
ਕਿ ਕਿਹਨੂੰ ਵੋਟਾਂ ਪਾਉਣੀਆਂ ਹੈ, ਪਰ ਲੋਕਾਂ ਨੂੰ ਮੋਬਿਲਾਈਜ਼ ਕਰਨ ਲਈ, ਲੋਕਾਂ ਨੂੰ ਨਾਲ ਤੋਰਨ ਲਈ, ਲੋਕਾਂ ਨੂੰ ਚੇਤੰਨ ਕਰਨ ਲਈ ਕੋਈ ਨਾ ਕੋਈ ਪ੍ਰੋਗਰਾਮ ਨਵੇਂ ਤਰੀਕੇ ਦਾ ਦੇਣਾ ਜ਼ਰੂਰ ਪਏਗਾ। ਸੋ ਇਹ ਸਾਰਾ ਕੁਝ ਇੱਕ ਤਾਂ ਉਸ ਦੀ ਭਰਪਾਈ ਕਰੇਗਾ, ਇੱਕ ਮੀਡੀਆ ਨੂੰ ਦੁਬਾਰਾ ਤੋਂ ਅਟਰੈਕਟ ਕਰਕੇ ਸੰਸਾਰ ਦੇ ਵਿੱਚ ਇਹ ਖਬਰਾਂ ਜਾਣਨ ਲਈ, ਪਹੁੰਚਾਉਣ ਲਈ ਮਜਬੂਰ ਕਰੇਗਾ ਕਿ ਹੁਣ ਦੁਬਾਰਾ ਫੇਰ ਕਿਸਾਨਾਂ ਦੇ ਮੋਰਚੇ ਦੀ ਗੱਲ ਸੰਸਾਰ ਭਰ 'ਚ ਤੁਰੇ ਤੇ ਉਹ ਗੱਲ ਸੰਸਾਰ ਭਰ 'ਚ ਡਿਸਕਸ ਹੋਵੇ। ਤੇ ਉਹ ਡਿਸਕਸ਼ਨ ਦਾ ਜਿਹੜਾ ਅਸਰ ਹੈ ਉਹ ਅਲਟੀਮੇਟਲੀ, ਜਿਹੜੀ ਟਕੈਤ ਸਾਹਿਬ ਬਾਰ-ਬਾਰ ਕਹਿੰਦੇ ਨੇ ਨਾ ਕਿ ਅਸੀਂ ਦਵਾਈ ਬਣਾ ਰੱਖੀ ਹੈ, ਦਵਾਈ ਅਸਰ ਜ਼ਰੂਰ ਕਰੇਗੀ, ਉਹ ਦਵਾਈ ਲੋਕਾਂ ਦੇ ਪ੍ਰੈਸ਼ਰ ਦੀ ਹੈ, ਲੋਕਾਂ ਦੇ ਇਕੱਠ ਦੀ ਹੈ। ਤੇ ਉਹ ਦਵਾਈ ਨੂੰ ਮਜ਼ਬੂਤ ਕਰਨ ਲਈ ਕਿਸਾਨ ਮੋਰਚਾ ਬਿਲਕੁਲ ਚਾਹੂਗਾ ਕਿ ਇੱਦਾਂ ਦਾ ਪ੍ਰੋਗਰਾਮ ਰੱਖਿਆ ਜਾਵੇ। ਪਰੰਤੂ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਉਹ ਕਿਸਾਨ ਮੋਰਚਾ ਵੀ ਕਹਿੰਦਾ ਹੈ, ਮੈਨੂੰ ਇਹ ਕਹਿਣ 'ਚ ਕੋਈ ਸੰਕੋਚ ਨਹੀਂ, ਆਪਾਂ ਇਸ ਵਿਵਾਦ 'ਚ ਨਹੀਂ ਪੈਂਦੇ ਵੀ ਕੀ ਠੀਕ ਸੀ ਕੀ ਗਲਤ ਸੀ। ਜਦੋਂ 26 ਜਨਵਰੀ ਦਾ ਮੋਰਚਾ ਦਾ ਇੱਕ ਘਟਨਾ ਹੋਈ ਮੋਰਚੇ ਦੀ, 26 ਜਨਵਰੀ ਤੋਂ ਬਾਅਦ ਦੋ ਚਿਹਰੇ ਬਹੁਤ ਉੱਭਰ ਕੇ ਸਾਹਮਣੇ ਆਏ ਜੀ। ਮੈਂ ਸਿੱਧਾ ਦੋਸ਼ ਨਹੀਂ ਲਾਉਂਦਾ ਕਿ ਉਹ ਸਰਕਾਰ ਨਾਲ ਮਿਲੇ ਸੀ, ਪਰ ਸਰਕਾਰ ਨੇ ਉਹ ਸਥਿਤੀ ਨੂੰ ਵਰਤਿਆ ਜ਼ਰੂਰ, ਜਿਹਦੇ ਵਿੱਚ ਦੀਪ ਸਿੱਧੂ ਤੇ ਲੱਖਾ ਸਧਾਣਾ ਦੋ ਵਿਅਕਤੀ ਇਸ ਤਰ੍ਹਾਂ ਬਹੁਤ ਪਾਪੂਲਰ ਹੋਏ, ਜਿਨ੍ਹਾਂ ਦੀਆਂ ਘਟਨਾਵਾਂ ਨੂੰ ਲੈ ਕੇ, ਜਿਨ੍ਹਾਂ ਦੇ ਰੋਲ ਨੂੰ ਲੈ ਕੇ ਸਰਕਾਰੀ ਤੰਤਰ ਤੇ ਸਰਕਾਰ ਨੇ ਤੇ ਸਰਕਾਰ ਦੇ ਪੱਖੀ ਲੋਕਾਂ ਨੇ ਇਹ ਬਹੁਤ ਪ੍ਰਚਾਰਿਆ ਕਿ ਦੇਖੋ ਜੀ ਇਹ ਇੱਦਾਂ ਕਰ ਰਹੇ ਨੇ, ਇਹ ਮੁਲਕ ਦੇ ਹੱਕ 'ਚ ਨਹੀਂ, ਲਾਲ ਕਿਲੇ ਤੇ ਚੜ੍ਹ ਗਏ, ਇਹ ਹੋ ਗਿਆ। ਪਰੰਤੂ ਹੁਣ ਉਹ ਗੱਲ ਹੈ ਜਿਹੜੀ ਉਹ ਨਿਊਟਰਲਾਈਜ਼ ਹੋ ਗਈ, ਉਹਦਾ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ। ਸਰਕਾਰ ਜ਼ਰੂਰ ਇਸ ਤਾਕ 'ਚ ਹੋਊਗੀ ਕੋਈ ਇਸ ਤਰ੍ਹਾਂ ਦੀ ਵੱਡੀ ਗਲਤੀ ਫੇਰ ਹੋਵੇ ਤੇ ਅਸੀਂ ਫੇਰ ਪ੍ਰਚਾਰ ਕਰੀਏ। ਇਸ ਕਰਕੇ ਕਿਸਾਨ ਮੋਰਚਾ ਉਸ ਤੋਂ ਵੀ ਜ਼ਿਆਦਾ ਚੇਤੰਨ ਹੈ। ਉਹ ਚੇਤੰਨਤਾ ਦੇ ਵਿੱਚੋਂ ਜਿਹੜਾ ਪਿਛਲਾ ਲੋਕ ਸਭਾ 'ਚ ਇੱਕ ਸਭਾ ਲਗਾਈ ਗਈ ਕਿਸਾਨ ਸਭਾ, ਉਹਦਾ ਸੀ। ਹੁਣ ਦੁਬਾਰਾ ਫੇਰ ਜਦੋਂ ਇਜਲਾਸ ਸ਼ੁਰੂ ਹੋਣਾ ਤੇ ਇੱਕ ਪਾਸੇ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਤਾਂ ਸੜਕਾਂ ਨਹੀਂ ਰੋਕੀਆਂ, ਦੋ ਥਾਵਾਂ ਤੋਂ ਉਹ ਕਹਿ ਰਹੇ ਨੇ, ਗਾਜੀਪੁਰ ਤੋਂ ਤੇ ਟਿਕਰੀ ਤੋਂ, ਕਿ ਜੀ ਸਰਕਾਰ ਨੇ ਕੋਈ ਰਸਤੇ ਨਹੀਂ ਰੋਕੇ, ਰਸਤੇ ਖੋਲ੍ਹਤੇ। ਮੈਨੂੰ ਇਹ ਲੱਗਦਾ ਇਸ ਮੌਕੇ ਦਾ ਫਾਇਦਾ ਕਿਸਾਨ ਰਣਨੀਤੀ ਜਿਹੜੀ ਹੈ ਉਹ ਉਠਾਏਗੀ, ਉਠਾਉਣਾ ਵੀ ਚਾਹੀਦਾ ਹੈ। ਉਹ ਇਹ ਦਿਖਾਉਣ 'ਚ ਕਾਮਯਾਬ ਹੋ ਜਾਣਗੇ ਕਿ ਕੀ ਸਰਕਾਰ ਨੇ ਕੋਈ ਰਸਤਾ ਰੋਕਿਆ ਕਿ ਨਹੀਂ ਰੋਕਿਆ, ਪਹਿਲੀ ਗੱਲ ਤਾਂ। ਦੂਜਾ, ਉਹਨਾਂ ਨੇ ਇਸ ਨੂੰ ਅਨੁਸ਼ਾਸਨ 'ਚ ਰੱਖਣ ਲਈ, ਜੋ ਅੱਜ ਕੱਲ੍ਹ ਦੇ ਅਖਬਾਰਾਂ 'ਚ ਆ ਰਿਹਾ ਹੈ, ਉਹਨਾਂ ਨੇ ਇਹ ਕਿਹਾ ਕਿ ਅਸੀਂ ਸਿਰਫ ਡੇਲੀ 500 ਵਲੰਟੀਅਰ, ਪਰ ਇੱਕ ਖਾਸ ਗੱਲ ਇਹ ਹੈ ਕਿ ਉਹਨਾਂ ਨੇ ਇਹ ਕਿਹਾ ਕਿ ਉਹ ਵਲੰਟੀਅਰ ਹੈ ਜਿਹੜੇ ਅਸੀਂ ਟਰੈਕਟਰ ਟਰਾਲੀ ਰਾਹੀਂ ਲੈ ਕੇ ਜਾਵਾਂਗੇ। ਜੇ ਆਪਾਂ ਇਹ ਕਹੀਏ ਕਿ 15-20 ਟਰਾਲੀਆਂ ਰੋਜ਼ ਜਾਣਗੀਆਂ, ਤੇ ਉਹਨਾਂ ਨੇ ਕਿਹਾ ਕਿ ਉਹ 500 ਵਲੰਟੀਅਰ ਸਾਡੇ ਰੋਜ਼ਾਨਾ ਜਾਣਗੇ। ਜੇ ਸਰਕਾਰ ਉਹਨਾਂ ਨੂੰ ਗ੍ਰਿਫਤਾਰ ਕਰੇਗੀ ਤਾਂ ਗ੍ਰਿਫਤਾਰੀ ਵੀ ਦੇਵਾਂਗੇ, ਜੇ ਸਰਕਾਰ ਨਹੀਂ ਰੋਕੇਗੀ ਤਾਂ ਅਸੀਂ ਉੱਥੇ ਤੱਕ ਜਾਵਾਂਗੇ, ਪਾਰਲੀਮੈਂਟ ਤੱਕ। ਜੇ ਰਸਤੇ 'ਚ ਰੋਕੇਗੀ ਤਾਂ ਅਸੀਂ ਉੱਥੇ ਧਰਨਾ ਦੇਵਾਂਗੇ। ਤਾਂ ਇਹਦਾ ਮਤਲਬ ਸਿੱਧਾ ਇਹ ਹੋਇਆ ਕਿ ਜੇ ਸਰਕਾਰ ਰੋਕੇਗੀ ਜਾਂ ਗ੍ਰਿਫਤਾਰ ਕਰੇਗੀ, ਉਹਦੇ ਤੁਰੰਤ ਬਾਅਦ ਕਿਸਾਨ ਵਰਕਰਾਂ ਦੇ ਵਿੱਚ ਰੋਹ ਆਏਗਾ। ਬਿਲਕੁਲ। ਤੇ ਮੋਰਚੇ ਦੀ ਇਹੀ ਖੂਬਸੂਰਤੀ ਹੁੰਦੀ ਹੈ, ਕਿਸੇ ਮੋਰਚੇ ਦੀ ਵੀ। ਜਦੋਂ ਐਜੀਟੇਸ਼ਨਾਂ 'ਚ ਅਸੀਂ ਦੇਖਿਆ ਕਿ ਜਦੋਂ ਲਾਠੀ ਚਾਰਜ ਹੋਇਆ ਜੀ, ਉਦੋਂ ਸੰਘਰਸ਼ ਪਹਿਲਾਂ ਨਾਲੋਂ ਤਕੜਾ ਹੋਇਆ ਜੀ। ਸੋ ਇਸ ਕਰਕੇ ਮੈਨੂੰ ਇਹ ਲੱਗ ਰਿਹਾ, ਪੂਰਾ ਯਕੀਨ ਹੈ ਕਿ ਜੇ ਇਹ ਤੇ ਸਰਕਾਰ ਕੁਝ ਵੀ ਵਧੀਕੀ ਕਰੇਗੀ, ਜੇਕਰ ਮੰਨ ਲਓ ਆਪਾਂ ਉਦਾਹਰਨ ਦੇ ਤੌਰ ਤੇ ਲਈਏ ਕਿ ਗਾਜੀਪੁਰ ਚੱਲਿਓ ਜਾਂ ਟਿਕਰੀ ਤੋਂ ਚੱਲ ਕੇ 10 ਕਿਲੋਮੀਟਰ ਤੇ ਸਰਕਾਰ ਰੋਕਦੀ ਹੈ, ਤਾਂ ਉੱਥੇ ਫਿਰ 500 ਨਹੀਂ ਰਹਿਣਗੇ, ਫਿਰ ਧਰਨਾ ਵੱਡਾ ਹੋ ਜਾਏਗਾ। ਮੇਰਾ ਇਹ ਅੰਦਾਜ਼ਾ ਹੈ ਜੀ, ਉੱਥੇ ਧਰਨਾ ਫਿਰ ਵੱਡਾ ਹੋ ਜਾਏਗਾ, ਕਿਉਂਕਿ ਫਿਰ ਉੱਥੇ ਜਾ ਕੇ ਲੋਕ ਬੈਠਣੇ ਸ਼ੁਰੂ ਹੋ ਜਾਣਗੇ। ਜੇਕਰ ਸਰਕਾਰ ਇਹਨਾਂ ਨੂੰ ਉੱਥੇ ਪਹੁੰਚਣ ਦਿੰਦੀ ਹੈ ਤਾਂ ਉੱਥੇ ਇਹ ਜੰਮ ਕੇ ਨਾਅਰੇ ਲਾਉਣਗੇ, ਤੇ ਕਿਸਾਨ ਸਮਰਥਕਾਂ ਦੇ ਵਿੱਚ ਇੱਕ ਹੋੜ ਲੱਗੇਗੀ ਕਿ ਅੱਜ ਅਸੀਂ 500 ਜਾਂਦੇ ਹਾਂ, ਅੱਜ ਅਸੀਂ 500 ਜਾਂਦੇ ਹਾਂ। ਔਰ ਇਹਦੇ ਨਾਲ ਹੀ ਉਹਨਾਂ ਦਾ ਇਹ ਪ੍ਰੋਗਰਾਮ ਵੀ ਆਏਗਾ, ਸ਼ਾਇਦ ਆ ਗਿਆ ਹੋਵੇ ਜਾਂ ਆਏਗਾ, ਕਿ ਇਹਨਾਂ ਦਿਨਾਂ ਦੇ ਵਿੱਚ ਫਸਲਾਂ ਸੰਭਲ ਜਾਣਗੀਆਂ। ਤੇ ਜਿਹੜੇ ਹੁਣ ਮੋਰਚੇ ਲੱਗੇ ਨੇ, ਜੇ ਇਹ ਇੱਦਾਂ ਹੀ ਰਹੇ ਤਾਂ ਇਹਨਾਂ ਮੋਰਚਿਆਂ ਦੇ ਉੱਪਰ ਤੁਸੀਂ ਦੇਖੋਗੇ ਕਿ ਗਿਣਤੀ ਬਹੁਤ ਜ਼ਿਆਦਾ ਵਧੇਗੀ। ਉਹ ਗਿਣਤੀ ਵਧਣ ਦਾ, ਲੋਕ ਸਭਾ ਦੇ ਘਿਰਾਓ ਕਰਨ ਦਾ,
ਜੇਕਰ ਹੋਇਆ ਸਰਕਾਰ ਵੱਲੋਂ ਤਸ਼ੱਦਦ ਕਰਨ ਦਾ, ਜੇਕਰ ਹੋਇਆ ਸਰਕਾਰ ਵੱਲੋਂ ਗ੍ਰਿਫਤਾਰੀ ਕਰਨ ਦਾ, ਇਸ ਨਾਲ ਇਸ ਰੋਹ ਨੂੰ ਵੱਡਾ ਬਲ ਮਿਲੇਗਾ ਅਤੇ ਉਸ ਦਾ ਵੱਡਾ ਪ੍ਰਭਾਵ ਵੋਟਿੰਗ ਪੈਟਰਨ ਤੇ ਸਾਡੇ ਆਏਗਾ, ਜਿਹਦੇ ਨਾਲ ਸਰਕਾਰ ਨੂੰ ਵੱਡੀ ਸੱਟ ਵੱਜੇਗੀ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਸਰਕਾਰ ਇਸ 'ਚ ਕਿਵੇਂ ਕੀ ਕਰਦੀ ਹੈ। ਇਹ ਸਿਚੁਏਸ਼ਨ ਇੱਦਾਂ ਦੀ ਆਊਗੀ, ਪਿਛਲੀ ਵਾਰੀ ਇਹ ਸੀ ਕਿ ਪੋਲੀਟੀਕਲ ਪਾਰਟੀਆਂ ਸਿੰਬੋਲਿਕ ਤਰੀਕੇ ਨਾਲ ਬਹੁਤ ਸਾਰੀਆਂ ਉਸ ਤਰ੍ਹਾਂ ਨਹੀਂ ਆਈਆਂ। ਮੈਨੂੰ ਉਮੀਦ ਹੈ ਕਿ ਹੁਣ ਪੋਲੀਟੀਕਲ ਪਾਰਟੀਆਂ ਤੇ ਪ੍ਰੈਸ਼ਰ ਆਊਗਾ ਕਿ ਜੇਕਰ ਇਹ ਧਰਨਾ ਲੋਕ ਸਭਾ 'ਚ ਲੱਗ ਜਾਂਦਾ ਹੈ ਤਾਂ ਮੈਨੂੰ ਉਮੀਦ ਹੈ ਕਿ ਜੇਕਰ ਕਿਸਾਨ ਮੋਰਚੇ ਨੇ ਇਜਾਜ਼ਤ ਦਿੱਤੀ ਤਾਂ ਪੋਲੀਟੀਕਲ ਪਾਰਟੀਆਂ ਦੇ ਬੀਜੇਪੀ ਤੋਂ ਬਿਨਾਂ ਵੱਡੇ ਲੀਡਰ ਬਾਹਰ ਧਰਨੇ 'ਚ ਬੈਠੇ ਦਿਖਾਈ ਦੇਣਗੇ। ਕਿਉਂਕਿ ਉਹਨਾਂ ਨੂੰ ਵੋਟ ਦੀ ਲੋੜ ਹੈ। ਉਹਨਾਂ ਨੇ ਕਿਸਾਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਨਰਮੀ ਦਾ ਰੁੱਖ ਅਪਣਾਉਣ ਲਈ ਬੇਨਤੀ ਕਰਨੀ ਹੈ ਕਿ ਤੁਸੀਂ ਸਾਡੀ ਪਾਰਟੀ ਨੂੰ ਜਾਂ ਜਿਹੜੇ ਐਂਟੀ ਬੀਜੇਪੀ ਲੋਕ ਨੇ ਉਹਨਾਂ ਨੂੰ ਕੋਈ ਵੋਟ ਪਾਉਣ ਦੀ ਵੀ ਅਪੀਲ ਕਰਨਾ। ਕਿਉਂਕਿ ਜਿਵੇਂ ਜਿਵੇਂ ਸਮਾਂ ਨੇੜੇ ਆ ਰਿਹਾ ਨਾ, ਉਸ ਤਰ੍ਹਾਂ ਵੋਟਾਂ ਦੇ ਦਿਨ ਜਿਹੜੇ ਨੇੜੇ ਆ ਰਹਿੰਦੇ ਨੇ, ਉਸ ਕਰਕੇ ਪੋਲੀਟੀਕਲ ਪਾਰਟੀਆਂ ਦੀ ਵੀ ਇਹ ਮਜਬੂਰੀ ਬਣੂਗੀ। ਸੋ ਇਹਦੇ ਮੈਂ ਇਸ ਤਰ੍ਹਾਂ ਦੇ 3-4 ਪੱਖ ਦੇਖਦਾ। ਇੱਕ ਕਿ ਕਿਸਾਨ ਮੋਰਚੇ ਦੀ ਜਿਹੜੀ ਸੰਘਰਸ਼ 'ਚ ਮੈਂ ਖੜੋਤ ਤਾਂ ਨਹੀਂ ਕਹੂੰਗਾ, ਜਿਹੜੀ ਇੱਕ ਲੈਵਲ ਤੇ ਗਤੀ ਚੱਲ ਰਹੀ ਸੀ, ਉਹ ਗਤੀ ਨੂੰ ਗਤੀਸ਼ੀਲ ਕਰਨ ਲਈ ਹੋਰ ਜਾਨ ਪਾਈ ਜਾਊਗੀ। ਮੋਰਚੇ ਦਾ ਸੰਘਰਸ਼ ਦਾ ਥੋੜਾ ਜਿਹਾ ਸਰੂਪ ਬਦਲੇਗਾ। ਜਿਉਂ ਹੀ ਸਰੂਪ ਬਦਲੇਗਾ ਪ੍ਰੈਸ ਦੀ ਕਵਰੇਜ ਮਿਲੇਗੀ। ਦੂਸਰਾ, ਜੇਕਰ ਉੱਥੇ ਕੋਈ ਹੰਗਾਮਾ ਹੁੰਦਾ ਹੈ ਲੋਕ ਸਭਾ ਦੇ ਮੂਹਰੇ ਤਾਂ ਉਸ ਨੂੰ ਪ੍ਰੈਸ ਵੱਲੋਂ ਵੱਡੀ ਪੱਧਰ ਤੇ ਕਵਰੇਜ ਮਿਲੂਗੀ। ਦੂਸਰਾ ਪੱਖ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਦਾ ਜਿਹੜਾ ਰਵੱਈਆ ਹੈ ਉਹਦੇ ਵਿੱਚ ਤਬਦੀਲੀ ਦਿਖਾਈ ਦੇਊਗੀ। ਤੀਸਰਾ, ਵੋਟਾਂ ਦੇ ਦਿਨ ਨੇ, ਸਰਕਾਰ ਉੱਤੇ ਹੋਰ ਵੱਡਾ ਪ੍ਰੈਸ਼ਰ ਆਊਗਾ। ਮੈਨੂੰ ਨਹੀਂ ਲੱਗਦਾ ਕਿ ਸਰਕਾਰ ਇਹ ਮੰਗਾਂ ਮੰਨ ਲਏਗੀ। ਹਾਲੇ ਵੀ ਮੈਨੂੰ ਲੱਗਦਾ ਹੈ ਕਿ ਸਰਕਾਰ ਜੇਕਰ ਮੰਨ ਲੈਂਦੀ ਤਾਂ ਇਦੋਂ ਪਹਿਲਾਂ ਚੰਗਾ ਸੀ। ਹੁਣ ਉਹ ਸਮਾਂ ਮੇਰਾ ਖਿਆਲ ਲੰਘ ਚੁੱਕਿਆ ਹੈ। ਪਰੰਤੂ ਸਰਕਾਰ ਦੇ ਉੱਤੇ ਪ੍ਰੈਸ਼ਰ ਜ਼ਰੂਰ ਆਏਗਾ। ਸਰਕਾਰ ਤਸ਼ੱਦਦ ਨਹੀਂ ਕਰ ਪਾਏਗੀ ਜਾਂ ਆਪਦੇ ਜ਼ਬਰ ਜ਼ਲਮ ਜਿਹੜਾ ਜਾਂ ਪੁਲਿਸ ਜਾਂ ਪੁਲਿਸੀ ਧਾੜਾ ਰਾਹੀਂ ਉਸ ਸਾਰੇ ਕਾਸੇ ਨੂੰ ਰੋਕਣ 'ਚ ਸੰਕੋਚ ਕਰੇਗੀ ਸਰਕਾਰ। ਨਹੀਂ, ਇਸ ਦੀ ਕੀਮਤ ਸਰਕਾਰ ਨੂੰ ਵੱਡੀ ਦੇਣੀ ਪਏਗੀ। ਜੇਕਰ ਸਰਕਾਰ ਦੇ ਉੱਤੇ ਇੰਨਾ ਹੀ ਦਬਾਅ ਰਹੂਗਾ ਧਾਲੀਵਾਲ ਸਾਹਿਬ ਕਿ ਰੋਕਣ ਦੀ ਕੋਸ਼ਿਸ਼ ਨਹੀਂ ਕਰੂਗੀ ਇਸ ਰੋਹ ਨੂੰ, ਕਿਸਾਨਾਂ ਦੇ ਨੂੰ, ਇਸ ਗੁੱਸੇ ਨੂੰ, ਤੇ ਜੋ ਇਸ ਮਾਰਚ ਨੂੰ ਜੋ ਸੰਸਦ ਵੱਲ ਹੋਣਾ, ਪਰ ਇਸੇ ਦਬਾਅ ਹੇਠ ਕਾਨੂੰਨ ਵਾਪਸ ਕਰਨ ਦੀ ਗੱਲ ਸੋਚ ਵਿਚਾਰ ਤਾਂ ਕਰ ਸਕਦੀ ਹੈ ਬੀਜੇਪੀ। ਕਿਉਂਕਿ ਜੋ ਸਰਕਾਰ, ਕੇਂਦਰ ਸਰਕਾਰ ਦੇ ਪ੍ਰੋਗਰਾਮ ਨੇ ਉਹਨਾਂ ਦੇ ਮੁਕਾਬਲੇ ਪੈਰਲ ਇੱਕ ਕਿਸਾਨ ਮੋਰਚਾ ਆਪਣੇ ਪ੍ਰੋਗਰਾਮ ਦੇ ਰਿਹਾ, ਬੀਜੇਪੀ ਸਰਕਾਰ ਦੇ ਬਰਾਬਰ ਰੱਖੇ ਹੋਏ ਪ੍ਰੋਗਰਾਮ ਨੇ। ਫਿਰ ਇਹ ਬੀਜੇਪੀ ਸਰਕਾਰ ਲਈ ਸਿਰਦਰਦ ਤਾਂ ਬਣੇ ਹੋਏ ਨੇ ਨਾ। ਸਰਕਾਰ ਇੱਕ ਪੈਂਤੜਾ ਇਹ ਲੈ ਸਕਦੀ ਹੈ ਜਿਹੜਾ ਪਹਿਲਾਂ ਲਿਆ ਹੋਇਆ ਉਹਨਾਂ ਨੇ। ਹੋ ਸਕਦਾ ਹੈ ਇਹਨੂੰ ਲਟਕਮੀ ਅਵਸਥਾ 'ਚ ਰੱਖਣ ਲਈ ਦੁਬਾਰਾ ਫੇਰ ਗੱਲਬਾਤ ਓਪਨ ਕਰ ਲਏ। ਉਹ ਗੱਲਬਾਤ ਓਪਨ ਦਾ ਬੇਸ਼ੱਕ ਉਹ ਜਿਵੇਂ ਪਹਿਲਾਂ ਕਰਦੀ ਰਹੀ ਹੈ ਡਰਾਮਾ ਹੀ ਕਰੇ, ਪਰ ਉਹਦੇ ਨਾਲ ਵੀ ਕਿਸਾਨਾਂ ਨੂੰ ਫਾਇਦਾ ਹੀ ਹੋਏਗਾ। ਜੇਕਰ ਸਰਕਾਰ ਗੱਲਬਾਤ ਵੀ ਓਪਨ ਕਰਦੀ ਹੈ ਤਾਂ ਪਹਿਲਾਂ ਕਿਸਾਨ ਸਰਕਾਰ ਦੀ ਗੱਲਬਾਤ ਬਾਹਰ ਆ ਕੇ ਬੜੀ ਪਬਲਿਕਲੀ ਨਹੀਂ ਸੀ ਦੱਸਦੇ, ਪਰ ਹੁਣ ਮੈਨੂੰ ਇਹ ਲੱਗਦਾ ਕਿ ਉਹ ਪਬਲਿਕਲੀ ਦੱਸਣਗੇ ਕਿ ਅੰਦਰ ਸਾਡੇ ਨਾਲ ਆ ਗੱਲਬਾਤ ਹੋਈ ਹੈ। ਔਰ ਉਹ ਸਰਕਾਰ ਤੇ ਦਬਾਅ ਵੀ ਪਾਉਣਗੇ ਕਿਸਾਨ ਕਿ ਜਿਹੜੀ ਸਾਡੀ ਗੱਲਬਾਤ ਹੁੰਦੀ ਹੈ ਚੰਗਾ ਹੋਵੇ ਕਿ ਇਹਦੀ ਰਿਕਾਰਡਿੰਗ ਕਰਕੇ ਪਬਲਿਕ ਨੂੰ ਦਿਖਾਈ ਜਾਵੇ। ਇਹ ਸਾਰੀ ਜਨਤਕ ਹੋਣੀ ਚਾਹੀਦੀ ਹੈ ਇਹ ਗੱਲਬਾਤ। ਇੱਦਾਂ ਸੰਭਵ ਨਹੀਂ ਹੁੰਦਾ, ਪਰ ਦਬਾਅ ਬਣਾਉਣ ਲਈ ਇਹ ਇੱਕ ਵਧੀਆ ਹਥਿਆਰ ਹੋਏਗਾ ਕਿਸਾਨਾਂ ਕੋਲ, ਔਰ ਸਰਕਾਰ ਨੂੰ ਇਹ 'ਤੇ ਝੁਕਣਾ ਪਏਗਾ। ਅਲਟੀਮੇਟਲੀ ਮੈਨੂੰ ਇਹ ਲੱਗਦਾ ਹੈ ਕਿ ਸਰਕਾਰ ਇਸ ਅਵਸਥਾ 'ਚ, ਹੁਣ ਮੈਨੂੰ ਇਹ ਲੱਗਦਾ ਵੀ ਸਰਕਾਰ ਜੇ ਝੁਕ ਜਾਂਦੀ ਹੈ ਤਾਂ ਉਹਨਾਂ ਨੂੰ ਰਾਜਨੀਤਿਕ ਤੌਰ 'ਤੇ ਹਾਲਾਂਕਿ ਫਾਇਦਾ ਤਾਂ ਹੋਊਗਾ, ਪਰ ਉਹਨਾਂ ਨੂੰ ਇਹ ਲੱਗ ਰਿਹਾ ਵੀ ਸਾਡੀ ਕਿਰਕਰੀ ਬਹੁਤ ਹੋਊਗੀ, ਰਾਜਨੀਤਿਕ ਪਾਰਟੀਆਂ ਨੇ ਸਾਡੀ ਬੇਇੱਜ਼ਤੀ ਬਹੁਤ ਕਰਨੀ ਹੈ। ਉਹ ਕਿਰਕਰੀ ਤੋਂ ਬਚਣ ਦੇ ਮਾਰੇ, ਜਿਹਨੂੰ ਉਹ ਪੰਜਾਬੀ 'ਚ ਕਹਿੰਦੇ ਨਾ ਆਪਾਂ ਵੀ ਛੱਡਦਾ ਤਾਂ ਕੋਹੜੀ ਖਾਂਦਾ ਤਾਂ ਕਲੰਕੀ, ਮਤਲਬ ਸਰਕਾਰ ਇਸ ਤਰ੍ਹਾਂ ਦੀ ਕੜਿੱਕੀ 'ਚ ਫਸੀ ਹੋਈ ਹੈ। ਹੁਣ ਸਰਕਾਰ ਨੂੰ ਜ਼ਰੂਰ ਲੱਗੂਗਾ ਕਿ ਇਹ ਜਿਹੜੇ ਫੈਸਲੇ ਅਸੀਂ ਪਹਿਲਾਂ ਨਿਪਟਾ ਸਕਦੇ ਸੀ, ਅਸੀਂ ਗਲਤੀ ਕੀਤੀ ਹੈ, ਉਹ ਨਹੀਂ ਨਿਪਟਾਏ। ਔਰ ਮੈਨੂੰ ਇਹ ਲੱਗਦਾ ਹੈ ਕਿ ਇਹ ਦੱਬੀ ਸੁਰ ਦੇ ਵਿੱਚ ਹੈ। ਸਰਕਾਰ ਦੇ ਵਿੱਚ ਵੀ ਜਾਂ ਬੀਜੇਪੀ ਦੇ ਵਿੱਚ ਕਹਿ ਲਓ,
ਕੋਈ ਪ੍ਰੋਬਲਮ ਜ਼ਰੂਰ ਹੈ। ਇਹ ਨਹੀਂ ਹੈਗਾ ਕਿ ਉੱਥੇ ਸਾਰਾ ਕੁਝ ਠੀਕ ਹੈ। ਇਹ ਠੀਕ ਹੈ ਕਿ ਸਰਕਾਰ ਦੇ ਜ਼ੋਰ ਨਾਲ, ਤਾਕਤ ਨਾਲ, ਉਹਨਾਂ ਕੋਲੇ ਬੜੀ ਵੱਡੀ ਤਾਕਤ ਹੈ। ਹਾਲੇ ਹਰ ਇੱਕ ਬੰਦੇ ਨੂੰ ਐਂ ਲੱਗਦਾ ਵੀ ਜੇ ਮੈਂ ਬੀਜੇਪੀ ਚੋਂ ਬਾਹਰ ਨਿਕਲ ਗਿਆ ਤਾਂ ਮੈਂ ਲੂਜ਼ਰ ਹੋਊਂਗਾ, ਮੇਰੇ ਕੋਲ ਖੋਣ ਨੂੰ ਬਹੁਤ ਕੁਛ ਹੈ। ਮੈਂ ਬਾਰ-ਬਾਰ ਕਹਿਣਾ ਕਿ ਮਲਕ ਸਾਹਿਬ ਦੀਆਂ ਜਿਹੜੀਆਂ ਟਿੱਪਣੀਆਂ ਨੇ, ਉਹ ਟਿੱਪਣੀਆਂ ਸੁਣ ਕੇ ਮੈਨੂੰ ਲੱਗ ਰਿਹਾ ਹੈ ਕਿ ਬੀਜੇਪੀ 'ਚ ਕੋਈ ਗਵਰਨਰ ਮਲਕ ਦੀ ਗੱਲ ਹੈ, ਮੇਰਾ ਭਾਵ ਆਇਆ ਹੈ ਕਿ ਉਹ ਗਵਰਨਰ ਸਾਹਿਬ ਦੀ ਜਿਹੜੀਆਂ ਟਿੱਪਣੀਆਂ ਸੁਣ ਕੇ ਮੈਨੂੰ ਜ਼ਰੂਰ ਇਹ ਲੱਗ ਰਿਹਾ ਕਿ ਸਾਰਾ ਕੁਝ ਠੀਕ ਨਹੀਂ ਹੈਗਾ ਬੀਜੇਪੀ 'ਚ। ਨਹੀਂ, ਇੰਨੀਆਂ ਤਲਖ ਟਿੱਪਣੀਆਂ ਨਾ ਕਰਨੀਆਂ ਮਤਲਬ ਇੰਨਾ ਈਜ਼ੀ ਨਹੀਂ ਹੈਗਾ। ਸਤਿਆਪਾਲ ਮਲਿਕ ਤਾਂ ਸ਼ੁਰੂ ਤੋਂ ਬੋਲ ਰਹੇ ਨੇ ਬੀਜੇਪੀ, ਭਾਵੇਂ ਉਹ ਸ਼ੁਰੂ ਤੋਂ ਬੋਲ ਰਹੇ ਨੇ, ਪਰ ਜਿਹੜੀਆਂ ਟਿੱਪਣੀਆਂ ਹੁਣ ਕੀਤੀਆਂ ਨੇ ਨਾ ਉਹ ਬਹੁਤ ਜ਼ਿਆਦਾ ਤਲਖ ਨੇ। ਔਰ ਉਹਦੇ ਵਿੱਚੋਂ ਮਤਲਬ ਬੰਦੇ ਦਾ ਇਹ ਕਹਿਣਾ ਕਿ ਜੇ ਸਰਕਾਰ ਮੈਨੂੰ ਗਵਰਨਰ ਤੋਂ ਹਟਾਉਣੀ ਹੈ ਹਟਾ ਦੇਵੇ, ਤੇ ਮੈਨੂੰ ਜਿੱਦੇ ਤੋਂ ਗਵਰਨਰ ਤੋਂ ਮੈਨੂੰ ਜਦੋਂ ਵੀ ਹਟਾਇਆ ਜਾਏਗਾ ਤਾਂ ਮੈਂ ਇੱਥੋਂ ਨਿਕਲਣ ਸਾਰ ਗਵਰਨਰ ਹਾਊਸ ਤੋਂ ਸਿੱਧਾ ਜਾ ਕੇ ਕਿਸਾਨਾਂ ਦੇ ਧਰਨੇ 'ਚ ਬੈਠਾਂਗਾ। ਇਹਦਾ ਅਰਥ ਕੀ ਹੈ? ਇਹਦਾ ਅਰਥ ਇਹ ਨਾ ਸਮਝੋ ਕਿ ਮਤਲਬ ਕਿ ਇਕੱਲੇ ਹੋਣਗੇ। ਇਹਦਾ ਅਰਥ ਇਹ ਹੈ ਵੀ ਕੋਈ ਨਾ ਕੋਈ ਲੌਬੀ ਬੀਜੇਪੀ ਦੇ ਵਿੱਚ ਵੀ ਇਸ ਗੱਲ ਤੋਂ ਬੀਜੇਪੀ ਦੀ ਲੀਡਰਸ਼ਿਪ ਤੋਂ ਔਖੀ ਹੈ ਕਿ ਉਹ ਕਿਸਾਨਾਂ ਨਾਲ ਠੀਕ ਤਰੀਕੇ ਨਾਲ ਇਹ ਮਸਲੇ ਨੂੰ ਕਿਉਂ ਨਹੀਂ ਨਿਪਟਾ ਰਹੀ। ਔਰ ਉਹ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਇਹਨਾਂ ਦੀ ਈਗੋ ਹੈ। ਉਹ ਜਿਹੜੀ ਲੌਬੀ ਹੈ ਜਾਂ ਜਿਹੜੀ ਉਹ ਧਿਰ ਹੈ, ਉਹਨਾਂ ਨੂੰ ਬਿਲਕੁਲ ਇਹ ਲੱਗਦਾ ਹੈ ਕਿ ਇਸ ਨਾਲ ਸ਼ਾਇਦ ਸਾਡਾ, ਭਾਵ ਬੀਜੇਪੀ ਦਾ, ਕੋਈ ਵੱਡਾ ਰਾਜਨੀਤਿਕ ਨੁਕਸਾਨ ਹੋਣ ਵਾਲਾ ਹੈ। ਇਹਦਾ ਮਤਲਬ ਜੇ ਆਪਾਂ ਕਹੀਏ ਕਿ ਉਹਨਾਂ ਨੂੰ ਇਸ ਗੱਲ ਦੀ ਭਿਣਕ ਪੈ ਗਈ ਹੈ, ਉਹ ਵੱਡਾ ਰਾਜਨੀਤਿਕ ਨੁਕਸਾਨ ਕੀ ਹੈ? ਉਹ ਯੂਪੀ ਹੈ। ਮਤਲਬ ਇਹਦਾ ਮਤਲਬ ਉਹਨਾਂ ਨੂੰ ਡਰ ਹੈ ਕਿਤੇ ਨਾ ਕਿਤੇ ਕਿ ਯੂਪੀ 'ਚ ਸਾਡੀ ਹਾਰ ਨਾ ਹੋ ਜਾਵੇ। ਜਿਹੜੇ ਸਿਆਸੀ ਨੇਤਾ ਹੁੰਦੇ ਨੇ ਉਹਨਾਂ ਨੂੰ ਵੱਡਾ ਡਰ ਇੱਕੋ ਹੀ ਗੱਲ ਦਾ ਹੁੰਦਾ ਹੈ ਕਿ ਸਿਆਸਤ 'ਚ ਜਿਹੜੀ ਸਾਡੀ ਰਾਜਨੀਤਿਕ ਤਾਕਤ ਹੈ ਉਹਨੂੰ ਖੋਰਾ ਨਾ ਲੱਗ ਜੇ। ਇਹੀ ਡਰ ਹੈ, ਹੋਰ ਕੋਈ ਡਰ ਤਾਂ ਦੇਖੋ ਜੇ ਆਪਾਂ ਕਹੀਏ ਪੰਜਾਬ 'ਚ ਬੀਜੇਪੀ ਨੇ ਜਿੱਤਣਾ, ਪੰਜਾਬ 'ਚ ਨਾ ਪਹਿਲਾਂ ਜਿੱਤਣਾ ਸੀ ਨਾ ਹੁਣ ਜਿੱਤਣਾ, ਸਗੋਂ ਹੋ ਸਕਦਾ ਪੰਜਾਬ 'ਚ ਵੋਟਾਂ ਪਹਿਲਾਂ ਨਾਲੋਂ ਵੱਧ ਲੈ ਜਾਣ। ਉਹਦਾ ਕਾਰਨ ਪਹਿਲਾਂ 23 ਸੀਟਾਂ ਦੇ ਲੜਦੇ ਸੀ, ਹੋ ਸਕਦਾ ਹੁਣ ਉਹ ਕਹਿੰਦੇ ਅਸੀਂ 117 ਦੇ ਲੜਾਂਗੇ, ਤੇ ਜੇ 117 ਦੇ ਲੜਨ ਤਾਂ ਵੋਟ ਪਰਸੈਂਟੇਜ ਹੋ ਸਕਦਾ ਪਹਿਲਾਂ ਤਾਂ 23 ਵਾਲੀ ਉਹ ਗਿਣੀ ਜਾਂਦੀ ਸੀ ਨਾ, ਹੁਣ 117 ਦੇ ਜੇ ਥੋੜੀਆਂ ਪੈਣ, ਪਰ ਜਦੋਂ ਵੋਟ ਪਰਸੈਂਟੇਜ ਫਿਰ ਉਹਨਾਂ ਨੇ ਕਹਿਣਾ ਵੀ ਅਸੀਂ ਪਹਿਲਾਂ ਨਾਲੋਂ ਵੱਧ ਲੈ ਗਏ, ਇਹੀ ਜੀ ਕੋਈ ਗੱਲ ਹੋ ਸਕਦੀ ਹੈ। ਹੋਰ ਕੋਈ ਸਟੇਟ ਵਾਲੀ ਲੱਗਦੀ ਨਹੀਂ। ਉੱਤਰਾਖੰਡ 'ਚ ਸਿੱਧਾ ਮੁਕਾਬਲਾ ਹੈ, ਉਹ 'ਚ ਬੀਜੇਪੀ ਹਾਰ ਸਕਦੀ ਹੈ ਆਰਾਮ ਨਾਲ। ਉਹ 'ਚ ਹਾਰਨਾ ਜਾਂ ਜਿੱਤਣਾ ਕਈ ਵਾਰੀ ਉਹਦਾ ਉਹ ਇਹ ਵੀ ਬਹਾਨਾ ਲੈ ਸਕਦੇ ਆ ਵੀ ਇਹ ਤਾਂ ਐਂਟੀ ਇਨਕੰਬੈਂਸੀ ਹੈ ਜੀ, 5 ਸਾਲ ਇਹਨਾਂ ਦੀ ਸਰਕਾਰ, 5 ਦੂਜਿਆਂ ਦੀ। ਸੋ ਇਹ ਹੋ ਸਕਦਾ ਹੈ। ਧਾਲੀਵਾਲ ਸਾਹਿਬ, ਕਿਸਾਨਾਂ ਦੇ ਇਸ ਪ੍ਰੋਗਰਾਮ ਤੋਂ ਬਾਅਦ ਕੀ ਸਮਝੀਏ ਕਿ ਗੱਲਬਾਤ ਮੁੜ ਸ਼ੁਰੂ ਹੋ ਸਕਦੀ ਹੈ? ਦੇਖੋ, ਮੈਂ ਜੋ ਸਮਝਦਾ ਮੈਂ ਇਹ ਵੀ ਗੱਲਬਾਤ ਤਾਂ ਸ਼ੁਰੂ ਹੋਏਗੀ, ਪਰ ਇਹ ਗੱਲਬਾਤ ਰਹੇਗੀ ਬੇਸਿੱਟਾ। ਕਿਉਂਕਿ ਜਿਹੜੀ ਆਹ ਸਥਿਤੀ ਹੁਣ ਹੈ, ਮੈਂ ਜਦੋਂ ਸੰਘਰਸ਼ ਨੂੰ ਐਨਾਲਾਈਜ਼ ਕਰਦਾ ਤਾਂ ਮੈਨੂੰ ਇਹ ਲੱਗਦਾ ਹੈ ਕਿ ਅੱਜ ਦੇ ਦਿਨਾਂ 'ਚ ਇਲੈਕਸ਼ਨ ਤੱਕ ਕਿਸਾਨਾਂ ਦੀ ਤਾਕਤ ਹੈ ਜਿਹੜੀ ਉਹ ਪਹਿਲਾਂ ਨਾਲੋਂ ਵਧੇਗੀ। ਤੇ ਜਦੋਂ ਕਿਸੇ ਦੀ ਤਾਕਤ ਵੱਧਦੀ ਹੈ ਤਾਂ ਉਹਦਾ ਮਤਲਬ ਸਿੰਪਲ ਇਹ ਹੁੰਦਾ ਹੈ ਕਿ ਉਹਦੀ ਪਹਿਲਾਂ ਨਾਲੋਂ ਬਾਰਗੇਨਿੰਗ ਪਾਵਰ, ਬਿਲਕੁਲ ਹੋਰ ਕੁਝ ਪ੍ਰਾਪਤ ਕਰਨ ਦੀ ਪਾਵਰ ਵੱਧ ਗਈ। ਤਾਂ ਇਹਦਾ ਮਤਲਬ ਕਿਸਾਨ ਤਾਂ ਆਪਣੇ ਮੁੱਦੇ ਤੋਂ ਪਿੱਛੇ ਫਿਰ ਕਿਉਂ ਹਟਣਗੇ? ਜਦੋਂ ਉਹਨਾਂ ਨੂੰ ਲੱਗੇਗਾ ਕਿ ਸਾਡੀ ਤਾਕਤ ਵਧੀ ਹੋਈ ਹੈ, ਫਿਰ ਉਹ ਮੁੱਦੇ ਤੋਂ ਪਿੱਛੇ ਕਿਵੇਂ ਹਟਣਗੇ? ਬੀਜੇਪੀ ਫਸ ਗਈ, ਉਹਨੂੰ ਆਪਣੇ ਉਹ ਬੈਕ ਸਟੈਪ ਕਰਨੇ ਬਹੁਤ ਔਖੇ ਲੱਗਦੇ ਨੇ। ਜੇ ਉਹ ਬੈਕ ਸਟੈਪ ਉਹਨਾਂ ਨੇ ਕਰਨੇ ਹੋਣ ਤਾਂ ਉਹਨਾਂ ਨੂੰ, ਜੇ ਉਹ ਸਿਆਣਾ ਐਨਾਲਿਸਿਸ ਕਰਨ, ਮੈਨੂੰ ਨਹੀਂ ਪਤਾ ਉਹ ਕਰਦੇ ਨੇ ਕਿ ਨਹੀਂ, ਜੇ ਉਹਨਾਂ ਦਾ ਬੈਕ ਆਉਣ ਦਾ ਮੂਡ ਹੋਇਆ ਤਾਂ ਗੱਲਬਾਤ 29 ਤੋਂ ਪਹਿਲਾਂ ਸੁਲਝਾ ਲੈਣੀ ਚਾਹੀਦੀ ਹੈ। ਫਿਰ ਤਾਂ 29 ਤੱਕ ਜਾਣ ਨਹੀਂ ਦੇਣਾ ਚਾਹੀਦਾ, ਫਿਰ ਬੀਜੇਪੀ ਨੂੰ ਕੋਈ ਫਾਇਦਾ ਹੋ ਸਕਦਾ ਮਾੜਾ ਮੋਟਾ। ਅਦਰਵਾਈਜ਼ ਜੇ 29 ਲੰਘਾ ਕੇ ਗੱਲਬਾਤ ਸ਼ੁਰੂ ਕਰਦੇ ਨੇ ਤੇ ਉਹਦਾ ਕੋਈ ਫਾਇਦਾ ਹੁੰਦਾ ਹੈ। ਪਰ ਇਹ ਮੈਨੂੰ ਜ਼ਰੂਰ ਲੱਗਦਾ ਕਿ ਸਰਕਾਰ ਤੇ ਇੱਕ ਦਬਾਅ ਹੈ ਕਿ ਤੁਸੀਂ ਗੱਲ ਵੀ ਨਹੀਂ ਕਰ ਰਹੇ, ਸੱਦਾ ਵੀ ਨਹੀਂ ਦੇ ਰਹੇ, ਉਹਦਾ ਡਰਾਮਾ ਜ਼ਰੂਰ ਕੀਤਾ ਜਾ ਸਕਦਾ ਹੈ। ਧਾਲੀਵਾਲ ਸਾਹਿਬ, ਜਿਵੇਂ ਰਿਕਵੈਸਟ ਕਹਿਤ ਨੇ, ਦੇਖੋ 26 ਤਰੀਕ ਤੋਂ ਬਾਅਦ ਉਹਨਾਂ ਦਾ ਜੋ ਕੱਦ ਹੈ ਕਿਸਾਨ ਅੰਦੋਲਨ ਦੌਰਾਨ ਬਹੁਤ ਹਾਈ ਲੈਵਲ ਤੇ ਗਿਆ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਜਦੋਂ ਤੁਸੀਂ ਮੰਨ ਲਓ ਉਦਾਹਰਨ ਦੇ ਤੌਰ ਤੇ ਕਿ ਬੀਜੇਪੀ ਸਰਕਾਰ ਇਹ ਕਾਨੂੰਨ ਵਾਪਸ ਲੈ ਲੂਗੀ, ਉਸ ਤੋਂ ਬਾਅਦ ਤਾਂ ਫਿਰ ਯੂਪੀ ਬਿਹਾਰ ਦੇ ਵਿੱਚ ਤਾਂ MSP ਦਾ ਰੋਲ ਨਹੀਂ ਨਾ ਕੋਈ ਹੈਗਾ, ਤਾਂ ਸੈਟਿਸਫਾਈਡ ਕਿਵੇਂ ਕਰੂਗੀ ਬੀਜੇਪੀ ਸਰਕਾਰ ਯੂਪੀ ਤੇ ਬਿਹਾਰ ਨੂੰ ਵੀ ਨਾਲ? ਅਸਲ 'ਚ ਇਹੀ ਰੌਲਾ ਹੈ ਨਾ, ਹੁਣ ਜਿਹੜਾ ਰੌਲਾ ਇਹੀ ਹੈ ਨਾ, ਉਦੋਂ ਤਾਂ ਕਾਨੂੰਨ ਵਾਪਸ ਦੀ ਲੋੜ ਸੀ, ਪਰ ਹੁਣ ਤਾਂ ਕਿਸਾਨਾਂ ਵੱਲੋਂ ਕਲੀਅਰ ਹੋ ਗਿਆ ਨਾ ਵੀ ਕਾਨੂੰਨ ਵਾਪਸ ਅਤੇ MSP ਕਾਨੂੰਨ ਬਣੇ। ਹੁਣ ਇਹ ਦੋ ਜਿਹੜੀਆਂ ਗੱਲਾਂ ਵੱਖਰੀਆਂ,
ਇਹ ਤਾਂ ਮੁੱਢਲੇ ਲੈਵਲ ਤੇ ਸੀਗਾ ਕਿ ਇਕੱਲੇ ਕਾਨੂੰਨ ਵਾਪਸ ਲੈ ਲਏ ਜਾਣ। ਬੀਜੇਪੀ ਕੋਲ ਜਾਂ ਬੀਜੇਪੀ ਦੀ ਸਰਕਾਰ ਕੋਲ, ਕੇਂਦਰ ਸਰਕਾਰ ਕੋਲ ਬੜੀ ਸੋਹਣੀ ਆਪਸ਼ਨ ਸੀ। ਮੈਨੂੰ ਅੱਜ ਵੀ ਲੱਗਦਾ ਵੀ ਇਸ ਤੇ ਅੱਜ ਵੀ ਗੱਲ ਮੁੱਕ ਸਕਦੀ ਹੈ ਜੇ ਸਰਕਾਰ ਇਹ ਭਰੋਸਾ ਦੇਵੇ ਕਿ ਸਾਡੀ ਸਰਕਾਰ 'ਚ ਇਹ ਨਿਯਮ ਲਾਗੂ ਨਹੀਂ ਹੋਣਗੇ, ਪਰ ਤੁਸੀਂ ਇਹਨਾਂ ਨੂੰ ਵਾਪਸ ਨਾ ਕਰਾਓ, ਪਰੰਤੂ ਅਸੀਂ MSP ਤੇ ਇੱਕ ਕਾਨੂੰਨ ਬਣਾ ਕੇ ਤੁਹਾਨੂੰ ਦੇ ਦਿੰਦੇ ਹਾਂ। ਮੈਨੂੰ ਅੱਜ ਵੀ ਯਕੀਨ ਹੈ ਕਿ ਇਸ ਤੇ ਗੱਲਬਾਤ ਹੋ ਸਕਦੀ ਹੈ ਔਰ ਕਿਸੇ ਕਿਨਾਰੇ ਲੱਗ ਸਕਦੀ ਹੈ। ਤਾਂ ਬੀਜੇਪੀ ਸਰਕਾਰ ਫਸ ਗਈ ਇੱਦਾਂ ਦਾ, ਕਿਉਂਕਿ ਪਹਿਲਾਂ 6% 2 ਸਟੇਟਾਂ ਦਾ MSP ਸੀ, ਹੁਣ ਫਿਰ ਸਾਰਿਆਂ ਨੂੰ ਦੇਣੀ ਪਊਗੀ। ਇਹ ਫਸ ਗਈ ਦਾ ਤਾਂ ਤੁਸੀਂ ਐਵੇਂ ਸੋਚੀ ਜਾਂਦੇ ਹੋ, ਇਹ ਫਸ ਗਈ ਦਾ ਤਾਂ ਇਹ ਹੈ। ਅਸਲ 'ਚ ਬੀਜੇਪੀ ਨਹੀਂ ਫਸ ਗਈ, ਬੀਜੇਪੀ ਨੇ ਜਿਹੜਾ ਕਾਰਪੋਰੇਟ ਸੈਕਟਰ ਨੂੰ ਵਚਨ ਦਿੱਤਾ ਹੈ ਉਸ ਗੱਲ ਤੇ ਫਸਦੀ ਹੈ। ਇਹ ਜਿਹੜਾ ਡਰਾਮਾ ਦਿਖਾਇਆ ਜਾ ਰਿਹਾ ਕਿ ਸਰਕਾਰ ਕੋਲ ਕਿੰਨੇ ਪੈਸੇ ਆਉਣਗੇ, ਉਹ ਇਹ ਕਿਵੇਂ ਖਰੀਦੇਗੀ, ਉਹ ਤੇ ਦਵਿੰਦਰ ਸ਼ਰਮਾ ਜੀ ਨੇ ਕਿੰਨੇ ਵਾਰ ਦਾ ਉਹ ਕਲੀਅਰ ਕੀਤਾ ਹੈ। ਮਤਲਬ ਮੈਂ ਤੁਹਾਨੂੰ ਬਾਰ-ਬਾਰ ਇਹ ਕਹਿਣਾ, ਮੈਂ ਵੀ ਤੁਹਾਨੂੰ ਇਹ ਦੱਸਦਾ ਕਿ ਜੇਕਰ 4 ਲੱਖ ਕਰੋੜ ਦਾ ਅਨਾਜ, 5 ਲੱਖ ਕਰੋੜ, 10 ਲੱਖ ਕਰੋੜ ਦਾ ਅਨਾਜ ਬੀਜੇਪੀ ਸਰਕਾਰ ਖਰੀਦ ਲੇਗੀ ਤਾਂ ਉਹ ਅਨਾਜ ਤਾਂ 10 ਲੱਖ ਕਰੋੜ ਦਾ ਹੀ ਰਹੇਗਾ, ਤੇ ਜਦੋਂ ਵੇਚ ਦੇਗੀ ਫਿਰ ਪੈਸੇ ਆ ਜਾਣਗੇ। ਕੋਈ ਇਹ ਥੋੜਾ ਕਿ ਉਹ ਪੈਸੇ ਖੂਹ 'ਚ ਚਲੇ ਗਏ। ਪਰ ਉਹ ਕਹਿੰਦੇ ਸਾਡੇ ਕੋਲ ਭੰਡਾਰ ਇੰਨਾ ਹੋਇਆ ਪਿਆ, ਸਾਡਾ ਆਪਣਾ ਗੋਦਾਮ ਛੱਡਦਾ ਬਈ, ਉਹ ਭੰਡਾਰ ਦਾ ਕੋਈ ਹੱਲ ਕਰੇ, ਬਾਹਰ ਭੇਜੇ, ਕਿਸੇ ਨੂੰ ਵੇਚੇ, ਉਹਦਾ ਪ੍ਰੋਸੈਸ ਕਰੇ, ਉਹਦਾ ਕੋਈ ਆਟਾ ਬਣਾਵੇ, ਉਹਦਾ ਕੋਈ ਹੋਰ ਪ੍ਰੋਡਕਟ ਬਣਾਵੇ। ਸਾਡੇ ਕੋਲ ਵੀ ਅਨਾਜ ਜੇਕਰ ਅਸੀਂ ਬਾਹਰੋਂ ਮੰਗਵਾਉਂਦੇ ਹਾਂ ਸਾਨੂੰ ਸਸਤਾ ਪੈਂਦਾ, ਜੋ ਸਾਡਾ ਅਨਾਜ ਹੈ ਇਹਦੀ ਸਿਕਿਉਰਿਟੀ ਲਈ, ਰੱਖ ਰਖਾਵ ਲਈ ਸਾਡਾ ਖਰਚਾ ਕਹਿੰਦੇ ਜ਼ਿਆਦਾ। ਇਹ ਐਵੇਂ ਹੀ ਹੁੰਦਾ ਇਹਨਾਂ ਦੇ, ਇਹ ਕਮਲਾਪਣ ਹੈ। ਸਸਤਾ ਪੈਂਦਾ ਜਿਹੜਾ, ਜੇ ਇਹਨਾਂ ਨੂੰ ਅਨਾਜ ਸਸਤਾ ਪੈਂਦਾ, ਜਿਹੜਾ ਅਨਾਜ ਇੰਨੇ ਕਿਸਾਨ ਉਗਾਉਂਦੇ ਨੇ, ਜਿਹੜੀ ਉਹਨਾਂ ਨੂੰ ਇੰਪਲਾਇਮੈਂਟ ਦਿੱਤੀ ਜਾਂਦੀ ਹੈ, ਉਹਦਾ ਕੀ ਕਰਨਗੇ? ਇਹ ਸਰਕਾਰਾਂ ਦੀ ਐਵੇਂ ਪਖੰਡਬਾਜ਼ੀ ਹੁੰਦੀ ਹੈ। ਤੁਸੀਂ ਉਸ ਚੀਜ਼ ਨੂੰ ਨਹੀਂ ਗਿਣਦੇ ਜਿਹਨੂੰ ਅਸੀਂ GDP ਕਹਿੰਦੇ ਹਾਂ, ਜਿਹਨੂੰ ਅਸੀਂ ਇਕੋਨਮੀ ਕਹਿੰਦੇ ਹਾਂ। ਇਕੋਨਮੀ ਨਿਰਾਪੁਰਾ ਇਹ ਨਹੀਂ ਹੁੰਦਾ ਵੀ ਤੁਹਾਡੇ ਕੋਲ ਪੈਸੇ ਕਿੰਨੇ ਨੇ। ਇਕੋਨਮੀ ਇਹ ਹੁੰਦੀ ਹੈ ਕਿ ਤੁਸੀਂ ਪੈਸੇ ਜਨਰੇਟ ਕਿੰਨੇ ਕਰ ਰਹੇ ਹੋ। ਮੇਰੇ ਕੋਲ 100 ਰੁਪਏ ਹੈ, ਮੈਂ 6 ਮਹੀਨਿਆਂ 'ਚ 100 ਦੇ 150 ਬਣਾ ਲਏ। ਤੁਹਾਡੇ ਕੋਲ 200 ਰੁਪਏ ਹੈ, ਉਹ 6 ਮਹੀਨਿਆਂ 'ਚ ਪਹਿਲਾਂ ਵੀ 200 ਸੀ, ਹੁਣ ਵੀ 200 ਹੈ, ਤੇ ਉਹਦੀ ਵੈਲਿਊ ਪਹਿਲਾਂ ਨਾਲੋਂ ਘਟ ਜਾਏਗੀ। ਸੋ ਇਹ ਨਹੀਂ ਹੁੰਦਾ। ਜੇ ਅਨਾਜ ਇਹ ਸਸਤਾ ਮੰਗਾ ਵੀ ਲੈਣ, ਕੀ ਅਨਾਜ ਦਾ ਸਸਤਾ ਮਿਲ ਜੂਗਾ? ਮੰਨ ਲਓ 100 ਕਰੋੜ 500 ਕਰੋੜ ਰੁਪਏ ਨਾਲ ਸਸਤਾ ਮਿਲ ਗਿਆ, ਪਰ ਕੀ ਜਿਹੜੇ ਲੋਕਾਂ ਦੀ ਉਰੇ ਰੋਜੀ ਰੋਟੀ ਚੱਲ ਰਹੀ ਹੈ ਉਹ ਰੋਜੀ ਰੋਟੀ ਚੱਲਦੀ ਰਹੂਗੀ? ਤੇ ਉਹਨਾਂ ਨੂੰ ਜਦ ਫਿਰ ਉਹਨਾਂ ਨੂੰ ਵੀ ਭੱਤਾ ਦੇ ਦੇਣੇ, ਜੇ ਇੰਨਾ ਸਸਤਾ ਮਿਲਦਾ ਤਾਂ ਲੈ ਲੈਣ, ਕਿ ਮਤਲਬ ਉਹਨਾਂ ਨੂੰ ਬੇਰੁਜ਼ਗਾਰੀ ਭੱਤਾ ਦੇ ਦੇਣ, ਉਹ ਆਪਣੀ ਰੋਟੀ ਖਾਂਦੇ ਹੋ ਜਾਣ। ਜਿਹੜੇ ਇੱਥੇ ਭੁੱਖੇ ਮਰਨਗੇ ਕਿਸਾਨੀ 'ਚੋਂ ਨਿਕਲ ਕੇ, ਖੇਤੀਬਾੜੀ ਦੇ ਧੰਦੇ 'ਚੋਂ ਨਿਕਲ ਕੇ, ਉਹਨਾਂ ਦਾ ਕੀ ਬਣੇਗਾ? ਇਹ ਵੀ ਇੱਕ ਜ਼ਰੂਰੀ ਮੁੱਦਾ ਹੁੰਦਾ ਹੈ। ਸੋ ਇਸ ਕਰਕੇ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ। ਇਹਨੂੰ ਸਰਕਾਰ ਵੈਸੇ ਹੀ ਪ੍ਰਚਾਰ ਕਰਦੀ ਹੈ, ਉਹ ਵੱਖਰੀ ਗੱਲ ਹੈ। ਤੇ ਫਿਰ ਅੱਗੇ ਹੱਲ ਧਾਲੀ ਵਾਲਾ ਕੀ ਦੇਖ ਸਕਦੇ ਹਾਂ? ਕੀ ਸਰਕਾਰ, ਦੇਖੋ ਗੱਲਬਾਤ ਲਈ ਤੁਸੀਂ ਕਿਹਾ ਕਿ ਵੀ ਸਰਕਾਰ ਤਿਆਰ ਤਾਂ ਗੱਲਬਾਤ ਲਈ ਹੋ ਜੂਗੀ, ਪਰ ਗੱਲਬਾਤ ਨਹੀਂ ਹੋਊਗੀ, ਉਹ ਬੇਸਿੱਟਾ ਗੱਲਬਾਤ ਰਹੂਗੀ। ਤਾਂ ਫਿਰ ਆਖਰ ਇੱਕ ਨਾ ਇੱਕ ਦਿਨ ਹੱਲ ਤਾਂ ਇਸ ਗੱਲ ਦਾ ਕੋਈ ਨਿਕਲੂਗਾ ਨਾ, ਜਾਂ ਫਿਰ ਸਰਕਾਰ ਧੱਕਾ ਕਰੂਗੀ। ਧੱਕਾ ਤੁਸੀਂ ਕਿਹਾ ਕਿ ਸਰਕਾਰ ਕਰ ਨਹੀਂ ਸਕਦੀ, ਉਹ ਸਾਹਮਣੇ ਧੱਕਾ ਇਸ ਸਿਚੁਏਸ਼ਨ 'ਚ ਨਹੀਂ ਕਰ ਪਾਊਗੀ। ਮੈਨੂੰ ਇਹ ਲੱਗਦਾ ਵੀ ਸਰਕਾਰ ਦੇ ਵਿੱਚ ਜਿਵੇਂ ਜੇ ਸਿਚੁਏਸ਼ਨ ਇਹ ਬਣੀ ਰਹੀ ਤੇ ਕਿਸਾਨ ਲੀਡਰਸ਼ਿਪ ਬਹੁਤ ਹੀ ਸਿਆਣਪ ਨਾਲ ਚੱਲ ਗਏ, ਜਿਵੇਂ ਲੱਗ ਰਿਹਾ ਵੀ ਚੱਲਣਗੇ, ਉਹਦੇ ਵਿੱਚੋਂ ਆਉਣ ਵਾਲੇ ਸਮੇਂ 'ਚ ਮੈਂ ਦਾਅਵੇ ਨਾਲ ਕਹਿਣਾ ਕਿ BJP ਦੇ ਵਿੱਚ ਦਫੇੜ ਦੇਖੋਗੇ ਤੁਸੀਂ। ਕਿੱਥੇ ਤਾਂ ਮਤਲਬ ਕਈ ਵਾਰੀ ਇੱਦਾਂ ਵੀ ਹੁੰਦਾ, ਕਈ ਵਾਰੀ ਅਸੀਂ ਦੁਸ਼ਮਣ ਨੂੰ ਨੁਕਸਾਨ ਪਹੁੰਚਾਉਣ ਜਾਂਦੇ ਨਾ, ਆਪਦਾ ਨੁਕਸਾਨ ਕਰਾ ਕੇ ਆ ਜਾਂਦੇ ਹੁੰਦੇ, ਇਹ ਹੁੰਦਾ ਬਹੁਤ ਵਾਰ ਜੀ। ਬਿਲਕੁਲ। ਸੋ ਇਸ ਲਾਈਨ 'ਚ ਮੈਨੂੰ ਇਹ ਲੱਗਦਾ ਹੈ ਕਿ ਜੇਕਰ BJP ਦੀ ਹਵਾ UP 'ਚ ਨਿਕਲਦੀ ਦਿਖੀ ਜਾਂ ਨਿਕਲ ਗਈ ਤਾਂ ਚਾਂਸਸ ਨੇ ਕਿ BJP ਦੇ ਵਿੱਚ ਵੀ ਦਫੇੜ ਹੋ ਸਕਦੀ ਹੈ। ਉਹ ਦਫੇੜ ਦਾ ਅਸਰ BJP ਝੱਲ ਪਾਊਗੀ, ਨਹੀਂ ਝੱਲ ਪਾਊਗੀ, ਇਹ ਵਕਤ ਦੱਸੇਗਾ, ਸਮਾਂ ਦੱਸੇਗਾ। ਯੋਗੀ ਵੀ ਖਿਲਾਫ ਹੋ ਸਕਦੇ ਆ ਕਿ ਵੀ ਤੁਹਾਡੇ ਕਰਕੇ ਸਾਡਾ ਨੁਕਸਾਨ ਹੋਇਆ। ਬਿਲਕੁਲ ਹੋ ਸਕਦੇ ਆ, ਬਿਲਕੁਲ ਹੋ ਸਕਦੇ ਆ। ਜਦੋਂ ਦੋ ਧੜੇ ਬਣਦੇ ਆ ਨਾ, ਦੋ ਧੜੇ 'ਚ ਇੱਕ ਬੰਦਾ ਕਹਿੰਦਾ ਹੈ, ਜਿਹੜਾ ਧੜਾ ਇਹ ਬਾਰ-ਬਾਰ ਕਹਿੰਦਾ ਕਿ ਕਿਸਾਨਾਂ ਨਾਲ ਗੱਲ ਕਰੋ, ਤੇ ਇੱਕ ਧੜਾ ਕਹਿੰਦਾ ਕਿ ਨਹੀਂ ਕਰਨੀ, ਤਾਂ ਕੁਦਰਤੀ ਹੈ ਜਿਹੜੇ ਧੜੇ ਦੀ ਹਵਾ ਜ਼ਿਆਦਾ ਨਿਕਲ ਜੂਗੀ ਤਾਂ ਉਹ 'ਚ ਕਿਤੇ ਨਾ ਕਿਤੇ ਦਫੇੜ ਪੈ ਸਕਦੀ ਹੈ, ਫੁੱਟ ਪੈ ਸਕਦੀ ਹੈ। ਉਹ ਫੁੱਟ ਹੁਣ ਤਾਂ ਦਿਖਾਈ ਨਹੀਂ ਦੇ ਰਹੀ, ਕਾਰਪੈਟ ਦੇ ਨੀਚੇ ਹੈ, ਉਹ ਫੁੱਟ ਦਿਖਾਈ ਦੇ ਸਕਦੀ ਹੈ। ਯੋਗੀ ਨਾਲ ਤਾਂ ਕਾਫੀ ਕੁਝ ਬਾਹਰ ਵੀ ਆਇਆ, ਉਹ ਬਾਹਰ ਜਿਹੜਾ ਆਇਆ ਨਾ, ਹਲੇ ਉਹ ਇਸ ਪੋਜੀਸ਼ਨ 'ਚ ਹੈ ਕਿ ਉਹ ਦਫੇੜ ਉਦੋਂ ਦਿਖਾਈ ਦੇਗੀ ਜਦੋਂ ਯੋਗੀ ਦੀ ਸੱਤਾ ਜਾਏਗੀ। ਜੇ ਯੋਗੀ ਕੋਲ ਸੱਤਾ ਰਹੀ ਜਾਂਦੀ ਹੈ, ਮਤਲਬ ਦੇਖੋ ਜਿਹੜੇ ਇਹ ਸੱਤਾ ਦੇ ਭੁੱਖੇ ਲੋਕ ਹੁੰਦੇ ਨੇ ਨਾ, ਸਿਆਸੀ ਲੋਕ, ਕੋਈ ਸਿਆਸੀ ਪਾਰਟੀ ਹੋਵੇ, ਮਤਲਬ ਜਾਂ ਤਾਂ ਇਹ ਹੈ ਕਿ ਜੋਗੀ ਜੀ ਜੇ ਮੁੱਖ ਮੰਤਰੀ ਨਹੀਂ ਬਣਦੇ ਫਿਰ ਉਹਨੂੰ ਕੇਂਦਰ 'ਚ ਕੋਈ ਮੰਤਰੀ ਬਣਾ ਲੈਣ, ਫਿਰ ਤਾਂ ਟਿਕਾਈ ਆਊਗੀ, ਨਹੀਂ ਟਿਕਾਈ ਨਹੀਂ ਆਉਣੀ।
ਤੇ ਐਂ ਵੀ ਹੋ ਸਕਦਾ ਕਿ ਖੇਤੀ ਕਾਨੂੰਨਾਂ ਦਾ ਹੱਲ ਨਿਕਲੇ 2022 ਤੋਂ ਬਾਅਦ ਤੇ 24 ਤੋਂ ਪਹਿਲਾਂ। ਯੋਗੀ ਆਦਿੱਤਿਆਨਾਥ ਨਾਲ ਕਾਫੀ ਟਸਲ ਹੈ ਨਾ, ਕਿਤੇ ਕਿਤੇ ਬੀਜੇਪੀ ਸਰਕਾਰ ਨੂੰ ਦੇਖੋ RSS ਪੋਸਟਰ ਬੁਆਏ ਬਣਾ ਕੇ ਯੋਗੀ ਆਦਿੱਤਿਆਨਾਥ ਨੂੰ ਉਭਾਰ ਰਹੀ ਹੈ। ਗੱਲਾਂ ਇਹ ਵੀ ਚੱਲਦੀਆਂ ਨੇ ਕਿ ਪ੍ਰਾਈਮ ਮਿਨਿਸਟਰ ਲਈ ਉਹਨਾਂ ਨੂੰ ਤਿਆਰ ਕੀਤਾ ਜਾ ਰਿਹਾ ਪ੍ਰਧਾਨ ਮੰਤਰੀ ਦੀ ਕੁਰਸੀ ਲਈ, ਪਰ ਮੋਦੀ ਸਾਹਿਬ ਤੇ ਅਮਿਤ ਸ਼ਾਹ ਨੂੰ ਇਹ ਗੱਲ ਕਿੱਥੋਂ ਹਜਮ ਹੋ ਜੂਗੀ। ਇਸ ਕਰਕੇ ਵੀ 22 ਚ UP ਚ ਕੁਝ ਕਰਾ ਦਈਏ, 24 ਤੋਂ ਪਹਿਲਾਂ ਆਪਾਂ ਕਿਸਾਨੀ ਅੰਦੋਲਨ। ਨਹੀਂ, ਉਹ ਤੁਹਾਨੂੰ ਮੈਂ ਗੱਲ ਪਹਿਲਾਂ ਹੀ ਕੀਤੀ ਕਿ ਮੈਂ ਸਤਿਆਪਾਲ ਮਲਿਕ ਗਵਰਨਰ ਸਾਹਿਬ ਦੀ ਜਿਹੜੀ ਇੱਕ ਟਿੱਪਣੀ ਸੁਣੀ, ਉਹਨੇ ਬੜਾ ਸਾਫ਼ ਸ਼ਬਦਾਂ 'ਚ ਆਪਣੀ ਟਿੱਪਣੀ 'ਚ ਕਿਹਾ ਕਿ BJP ਦੇ ਵਿੱਚ ਵੀ ਲੋਕ ਚਾਹੁੰਦੇ ਨੇ ਕਿ ਕਿਸਾਨਾਂ ਨਾਲ ਗੱਲਬਾਤ ਹੋਵੇ, ਪਰ ਇੱਕਾ ਦੁੱਕਾ ਲੀਡਰ ਜੋ ਬਹੁਤ ਟੌਪ ਤੇ ਬੈਠੇ ਨੇ ਉਹ ਮੰਨ ਨਹੀਂ ਰਹੇ। ਤੇ ਜੇ ਮੈਂ ਕਹਾਂ ਕਿ ਉਹ ਸੰਕੇਤ ਬੜਾ ਸਾਫ਼ ਹੈ, ਮਤਲਬ ਜਿਹੜੇ ਉਹ ਇੱਕਾ ਦਿੱਕਾ ਲੀਡਰ ਨੇ ਨਾ, ਮੋਦੀ ਜੀ ਦੇ ਖਿਲਾਫ ਸਤਿਆਪਾਲ ਮਲਿਕ ਇੱਕ ਸ਼ਬਦ ਨਹੀਂ ਬੋਲਦੇ। ਉਸ ਤੋਂ ਬਾਅਦ ਇੱਕਾ ਦਿੱਕਾ ਲੀਡਰ ਬਸ ਅਮਿਤ ਸ਼ਾਹ ਜੀ ਉਹ ਰਹਿ ਜਾਂਦੇ ਨੇ। ਫਿਰ ਹੋਰ ਤਾਂ ਮੋਦੀ ਦੀ ਹਾਇਰਾਰਕੀ 'ਚ ਕੋਈ ਲੀਡਰ ਨਹੀਂ ਦਿਖਾਈ ਦਿੰਦਾ। ਮਤਲਬ ਮੈਨੂੰ ਨਹੀਂ ਪਤਾ ਮੈਂ ਠੀਕ ਕਹਿ ਰਿਹਾ ਕਿ ਨਹੀਂ, ਪਰ ਮੈਨੂੰ ਇਹਦੇ ਅਰਥ ਇਹੀ ਲੱਗਦੇ ਨੇ ਕਿ ਇੱਥੇ ਕਿਤੇ ਮਤਭੇਦ ਹੈ। ਸੋ ਇਹਦੇ ਵਿੱਚ ਜੇਕਰ BJP ਦੀ ਸਰਕਾਰ, ਸਟੇਟ ਸਰਕਾਰ ਇਹ 22 ਦੀਆਂ ਇਲੈਕਸ਼ਨਾਂ 'ਚ ਝਟਕਾ ਖਾ ਜਾਂਦੀ ਹੈ ਤਾਂ UP 'ਚ, ਤਾਂ ਇਹ BJP ਮਤ ਸੋਚੇ, ਜਿਹੜੇ ਵੀ ਵਿਸ਼ਲੇਸ਼ਣਕਾਰ ਨੇ ਇਹ ਮਤ ਸੋਚਣ ਕਿ ਕੱਲੀ BJP ਦੀ ਸਰਕਾਰ ਗਿਰੂਗੀ, ਕਈ ਕੁਛ ਗਿਰੂਗਾ। ਫਿਰ BJP ਦੇ ਵਿੱਚ ਬਹੁਤ ਸਾਰੇ UP ਤੋਂ ਮੰਤਰੀ ਬਣੇ ਬੈਠੇ ਨੇ, ਬਹੁਤ ਸਾਰੇ ਲੋਕ ਨੇ ਜਿਹੜੇ ਇਸ ਨੀਤੀ ਨੂੰ ਪ੍ਰਚਾਰ ਕਰ ਰਹੇ ਨੇ। ਫਿਰ ਉਹਨਾਂ ਦੀ ਵੀ ਮੰਗ ਹੋਏਗੀ ਕਿ ਇਹਨਾਂ ਤੋਂ ਵੀ ਅਸਤੀਫਾ ਲਿਆ ਜਾਵੇ। ਜਿਵੇਂ ਆਪਾਂ ਨਵਜੋਤ ਸਿੱਧੂ ਦੀ ਗੱਲ ਕਰਦੇ ਹਾਂ ਨਾ, ਵੀ ਫਿਰ ਅਗਲੇ ਨੇ ਕਿਹਾ ਵੀ ਐਡਵੋਕੇਟ ਜਨਰਲ ਦਾ ਅਸਤੀਫਾ ਲਓ। ਫਿਰ ਇੱਦਾਂ ਦੀਆਂ ਹਵਾਵਾਂ ਵੀ ਉੱਠਣਗੀਆਂ ਵੀ ਜਿਹੜੇ ਬੰਦੇ ਇਹ ਲੌਬੀ ਨੂੰ ਕਹਿੰਦੇ ਸੀ ਵੀ ਇੱਦਾਂ ਕਰੋ, ਹੁਣ ਇਹਨਾਂ ਤੋਂ ਅਸਤੀਫਾ ਲਿਆ ਜਾਵੇ, ਔਰ ਉਹਨਾਂ ਦੇ ਵੀ ਖੰਭ ਕਤਰੇ ਜਾਣਗੇ। ਉਹ ਉਸ ਸਿਚੁਏਸ਼ਨ 'ਚ ਐਡਜਸਟ ਕਰ ਪਾਉਣਗੇ ਨਹੀਂ ਕਰ ਪਾਉਣਗੇ, ਇਹ ਤਾਂ ਉਹ ਸਮਾਂ ਦੱਸੇਗਾ। ਸੋ ਹੁਣ ਜਿਹੜਾ ਇਹ ਸਮਾਂ ਇਹ ਦੋਹਰੀ ਬਾਰ ਹੈ, ਕੋਈ ਕੁਤਾਹੀ ਕਿਸਾਨਾਂ ਤੋਂ ਹੋ ਗਈ ਤਾਂ ਮਾਰ ਕਿਸਾਨਾਂ ਤੇ ਵੀ ਪੈ ਸਕਦੀ ਹੈ। ਅਦਰਵਾਈਜ਼ ਅੱਜ ਇਸ ਚੀਜ਼ ਦਿਖਾਈ ਦੇ ਰਹੀ ਹੈ ਕਿ ਇਹਦੀ ਮਾਰ BJP ਤੇ ਪਏਗੀ। ਉਹ ਕੱਲੀ ਇਹ ਨਾ ਸੋਚੋ ਕਿ ਕੱਲੀ UP ਦੀ ਸਰਕਾਰ ਜਾਏਗੀ, ਕੱਲੀ UP ਦੀ ਸਰਕਾਰ ਨਹੀਂ, ਪੂਰੀ ਲੀਡਰਸ਼ਿਪ ਦੇ ਵਿੱਚ ਹਿਲਜੁਲ ਹੋਏਗੀ। ਉਸ ਤੋਂ ਫੇਰ ਜਾ ਕੇ ਉਹ ਜਿਹੜਾ ਗੰਦਲਾ ਪਾਣੀ ਕਦੋਂ ਕਿ ਨਿੱਤਰਦਾ ਹੈ, ਕਿਵੇਂ ਨਿੱਤਰਦਾ ਹੈ, ਉਹ ਉਸ ਸਮੇਂ ਤੇ ਵਿਸ਼ਲੇਸ਼ਣ ਹੋ ਕੇ ਦੱਸੇਗਾ। ਸਮੇਂ ਤੇ ਪਤਾ ਲੱਗੂਗਾ ਕਿ ਜੋ ਪੋਲੀਟੀਕਲ ਸਥਿਤੀ ਵੀ ਕੀ ਬਣਦੀ ਹੈ BJP ਲਈ, ਉਹ ਨਤੀਜਾ ਉਹਦਾ ਕੀ ਹੋਊਗਾ। ਧਾਲੀਵਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ। ਧੰਨਵਾਦ ਜੀ। ਦਰਸ਼ਕੋ, ਸਾਡੇ ਨਾਲ ਜੁੜੇ ਹੋਏ ਸੀ ਪ੍ਰੋਫੈਸਰ ਰਾਣਾ ਸਿੰਘ ਧਾਲੀਵਾਲ। ਕਿਸਾਨਾਂ ਨੇ ਨਵਾਂ ਪ੍ਰੋਗਰਾਮ ਦਿੱਤਾ, ਕਿਸਾਨ ਮੋਰਚੇ ਨੇ ਹਦਾਇਤ ਕੀਤੀ 500 ਵਲੰਟੀਅਰ ਸਰਦ ਰੁੱਤ ਇਜਲਾਸ ਜੋ ਸੰਸਦ ਦੇ ਵਿੱਚ ਸ਼ੁਰੂ ਹੋਣਾ, ਉਹਦਾ ਵਿਰੋਧ ਕਰਾਂਗੇ, ਰੋਸ ਮੁਜ਼ਾਹਰਾ ਕਰਾਂਗੇ ਸੰਸਦ ਦੇ ਸਾਹਮਣੇ ਬੈਠ ਕੇ। ਹੁਣ ਦੇਖਣ ਵਾਲਾ ਹੋਊਗਾ ਇੱਕ ਤਾਂ ਜੋ 26 ਨਵੰਬਰ ਨੂੰ ਕਿਸਾਨਾਂ ਨੇ ਪ੍ਰੋਗਰਾਮ ਰੱਖਿਆ ਕਿ ਦਿੱਲੀ ਦੇ ਮੁੱਖ ਮਾਰਗ ਹੈ ਉਹਨਾਂ 'ਤੇ ਤਮਾਮ ਕਿਸਾਨਾਂ ਦਾ ਇਕੱਠ ਹੋਊਗਾ। ਉਸ ਤੋਂ ਬਾਅਦ ਪਲਾਨ ਬਣਾਇਆ ਜਾਊਗਾ 29 ਨਵੰਬਰ ਨੂੰ ਜਾ ਕੇ ਉੱਥੇ ਰੋਸ ਮੁਜ਼ਾਹਰਾ ਕੀਤਾ ਜਾਊਗਾ ਪਾਰਲੀਮੈਂਟ ਦੇ ਸਾਹਮਣੇ। ਇਸ ਦੇ ਵਿੱਚ ਕੀ ਨਵੇਂ ਮੋੜ ਆਉਂਦੇ ਨੇ, BJP ਸਰਕਾਰ ਇਸ ਨੂੰ ਕਿਵੇਂ ਲੈਂਦੀ ਹੈ, ਕਿਸਾਨ ਇਸ ਨੂੰ ਅੱਗੇ ਕਿਵੇਂ ਤੋਰਨਗੇ, ਜੋ ਜਾਣਕਾਰੀ ਇਸ ਮਸਲੇ ਦੇ ਵਿੱਚ ਤਾਜ਼ਾ ਸਾਡੇ ਕੋਲ ਆਊਗੀ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ ਦੇ। ਧੰਨਵਾਦ।